ਸਤਿ ਸ਼੍ਰੀ ਅਕਾਲ ਜੀ। ਸਵਾਗਤ ਆ ਉਡਾਨ ਇੰਸਟੀਚਿਊਟ ਬਠਿੰਡਾ ਦੇ ਵਿੱਚ। ਪਿਛਲੇ ਲੈਕਚਰ ਦੇ ਵਿੱਚ ਅਸੀਂ ਡਿਸਕਸ ਕੀਤਾ ਸੀ ਕਿ ਸਾਡੇ ਪੀਐਸ ਟੈਟ ਐਗਜ਼ਾਮ ਦੇ ਵਿੱਚ ਸਾਈਕੋਲੋਜੀ, ਜਿਹਨੂੰ ਅਸੀਂ ਤੁਹਾਡੇ ਇਸ ਸਿਲੇਬਸ ਦੇ ਵਿੱਚ ਨਾਮ ਦਿੱਤਾ ਗਿਆ ਕਿ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਗੀ, ਉਹਦੇ ਵਿੱਚ ਕਿਸ ਤਰ੍ਹਾਂ ਐਜੂਕੇਸ਼ਨ ਸਾਈਕੋਲੋਜੀ ਕੰਮ ਕਰਦੀ ਹੈ, ਕਿਸ ਤਰ੍ਹਾਂ ਪੈਡਾਗੋਗੀ ਪੂਰੇ ਪੇਪਰ ਦੇ ਵਿੱਚ ਜਿਹੜੇ ਹੈਗੇ ਡਿਫਰੈਂਟ ਕੁਐਸਚਨਸ ਆਉਂਦੇ ਨੇ ਤੁਹਾਨੂੰ। ਅੱਜ ਅਸੀਂ ਇਸ ਲੈਕਚਰ ਦੇ ਵਿੱਚ ਸਾਡੇ ਸਿਲੇਬਸ ਦੀ ਸ਼ੁਰੂਆਤ ਕਰ ਰਹੇ ਹਾਂ। ਤਾਂ ਸਾਡਾ ਜੋ ਫਸਟ ਲੈਕਚਰ ਹੋਊਗਾ, ਜਦੋਂ ਤੁਸੀਂ ਸਿਲੇਬਸ ਦੇਖਦੇ ਹੋ ਤਾਂ ਉਹਦੇ ਵਿੱਚ ਜਿਹੜਾ ਤੁਸੀਂ ਫਸਟ ਕਨਸੈਪਟ ਦੇਖਦੇ ਹੋ ਉਹ ਗਰੋਥ ਐਂਡ ਡਿਵੈਲਪਮੈਂਟ ਦਾ ਜੀ। ਗਰੋਥ ਐਂਡ ਡਿਵੈਲਪਮੈਂਟ, ਕਿਉਂਕਿ ਜੋ ਸਾਡੇ ਇਸ ਪੇਪਰ ਦੇ ਵਿੱਚ ਸਾਡੇ ਸਬਜੈਕਟ ਦਾ ਨਾਮ ਹੈ ਚਾਈਲਡ ਡਿਵੈਲਪਮੈਂਟ, ਤਾਂ ਬੇਸਿਕਲੀ ਚਾਈਲਡ ਡਿਵੈਲਪਮੈਂਟ ਜਿਹੜਾ ਸ਼ਬਦ ਆ ਉਹ ਨਿਕਲ ਕੇ ਕਿੱਥੋਂ ਆਉਂਦਾ? ਉਹ ਗਰੋਥ ਐਂਡ ਡਿਵੈਲਪਮੈਂਟ ਦੇ ਵਿੱਚੋਂ ਹੀ ਨਿਕਲ ਕੇ ਆਉਂਦਾ। ਦੋ ਕਨਸੈਪਟ ਤੁਹਾਨੂੰ ਸਾਡੇ ਸਾਹਮਣੇ ਦਿਖ ਰਹੇ ਆ। ਅਸੀਂ ਆਮ ਜਾਣਦੇ ਹਾਂ BA ਟਾਈਮ ਜਾਂ ETT ਟਾਈਮ ਤੁਸੀਂ ਪੜ੍ਹਿਆ ਗਰੋਥ ਐਂਡ ਡਿਵੈਲਪਮੈਂਟ, ਪਰ ਐਕਚੁਅਲ ਦੇ ਵਿੱਚ ਇਹ ਦੋ ਕਨਸੈਪਟ ਨਹੀਂ ਹੈ। ਜੇ ਅਸੀਂ ਡਿਵੈਲਪਮੈਂਟ ਨੂੰ ਇਸ ਤਰੀਕੇ ਨਾਲ ਦੇਖੀਏ, ਠੀਕ ਹੈ ਜੀ, ਤਾਂ ਗਰੋਥ ਇਸੇ ਘੇਰੇ ਦੇ ਵਿੱਚ ਹੀ ਆਉਂਦਾ ਜੀ, ਅਲੱਗ ਕਨਸੈਪਟ ਨਹੀਂ ਹੈ, ਡਿਵੈਲਪਮੈਂਟ ਦਾ ਹੀ ਇੱਕ ਪਾਰਟ ਆ। ਠੀਕ ਹੈ ਜੀ, ਤਾਂ ਤੁਸੀਂ ਕਹਿ ਸਕਦੇ ਹੋ ਕਿ ਜੇ ਪੂਰਾ ਸਰਕਲ ਆ ਜਿਹੜਾ ਉਹ ਗਰੋਥ ਆ ਤਾਂ ਇਹਦਾ ਇੱਕ ਪਾਰਟ, ਪੂਰਾ ਸਰਕਲ ਆ ਜਿਹੜਾ ਉਹ ਡਿਵੈਲਪਮੈਂਟ ਆ ਤਾਂ ਇਹਦਾ ਇੱਕ ਪਾਰਟ ਆ ਜਿਹੜਾ ਉਹ ਗਰੋਥ ਆ। ਆਮ ਅਸੀਂ ਸਿੰਪਲ ਭਾਸ਼ਾ ਦੇ ਵਿੱਚ ਇਸ ਚੀਜ਼ ਨੂੰ ਸਮਝਣ ਲਈ ਇਹ ਕਹਿੰਦੇ ਆ ਕਿ ਗਰੋਥ ਜੋ ਉਹ ਵਾਧਾ ਜਿਸ ਨੂੰ ਅਸੀਂ ਮਾਪ ਤੋਲ ਸਕਦੇ ਹਾਂ, ਜਿਸ ਨੂੰ ਅਸੀਂ ਦੇਖ ਸਕਦੇ ਹਾਂ। ਸਾਡੇ ਕੱਦ ਕਾਠ ਦਾ ਵਧਣਾ, ਸਾਡੇ ਅੰਗਾਂ ਦੇ ਆਕਾਰ ਦਾ ਵਧਣਾ, ਸਾਡਾ ਜਿਹੜਾ ਹੈਗਾ ਸਟਰਕਚਰ 'ਚ ਜਿਹੜੀ ਉਹਦੀ ਬਣਾਵਟ 'ਚ ਫਰਕ ਆਉਣਾ, ਇਹਨੂੰ ਅਸੀਂ ਗਰੋਥ ਕਹਿ ਦਿੰਦੇ ਹੈਗੇ, ਹੈ ਨਾ, ਜਿਹੜੀ ਕੁਆਂਟਿਟੀ ਦੇ ਨਾਲ ਰਿਲੇਟਡ ਆ। ਫਿਰ ਅਸੀਂ ਡਿਵੈਲਪਮੈਂਟ ਦੀ ਗੱਲ ਕਰੀਏ, ਡਿਵੈਲਪਮੈਂਟ ਬੇਸਿਕਲੀ ਫੰਕਸ਼ਨਿੰਗ ਆ, ਇੱਕ ਕਿਰਿਆ, ਹੈ ਨਾ। ਲਾਈਕ ਜੇ ਅਸੀਂ ਡਿਵੈਲਪਮੈਂਟ ਹੈ, ਅਸੀਂ ਸਾਡੀ ਗਰੋਥ ਦੇ ਨਾਲ ਕਿਸ ਤਰ੍ਹਾਂ ਦੇ ਕੰਮ ਕਰ ਰਹੇ ਹਾਂ ਉਹਨੂੰ ਅਸੀਂ ਡਿਵੈਲਪਮੈਂਟ ਕਹਿੰਦੇ, ਜਿਹਨੂੰ ਵਿਕਾਸ ਕਹਿ ਸਕਦੇ ਹੋ ਤੁਸੀਂ। ਫੋਰ ਐਗਜ਼ਾਮਪਲ ਜੇ ਅਸੀਂ ਪਹਿਲੀ ਐਗਜ਼ਾਮਪਲ ਲਈਏ ਕਿ ਹੱਥਾਂ ਦਾ ਸਾਡਿਆਂ ਦਾ ਆਕਾਰ ਕੀ ਆ, ਤਾਂ ਇਹ ਮੇਰਾ ਸਵਾਲ ਗਰੋਥ ਨਾਲ ਆ। ਬਟ ਜੇ ਅਸੀਂ ਇਹੀ ਗੱਲ ਆਖੀਏ ਕਿ ਸਾਡੀ ਰਾਈਟਿੰਗ ਕਿੰਨੀ ਸੋਹਣੀ ਆ ਜੋ ਅਸੀਂ ਇਹਨਾਂ ਹੱਥਾਂ ਨਾਲ ਲਿਖ ਰਹੇ ਹਾਂ, ਤਾਂ ਇਹ ਮੇਰਾ ਸਵਾਲ ਡਿਵੈਲਪਮੈਂਟ ਨਾਲ ਆ। ਠੀਕ ਹੈ ਜੀ, ਤਾਂ ਸਭ ਤੋਂ ਪਹਿਲਾਂ ਜਿਹੜੀ ਗਰੋਥ ਆ ਤੁਸੀਂ ਜਾਣਦੇ ਹੋ ਕਿ ਅੰਦਾਜ਼ਨ ਵੈਸੇ ਅਲੱਗ-ਅਲੱਗ ਮਾਹਿਰਾਂ ਦਾ ਅਲੱਗ-ਅਲੱਗ ਆਈਡੀਆ ਜਿਹਦੇ, ਪਰ ਫਿਰ ਵੀ ਅਸੀਂ ਸਿੰਪਲ ਰੂਪ 'ਚ ਸਮਝਣਾ ਕਿ ਜਨਮ ਤੋਂ ਲੈ ਕੇ, ਜਨਮ ਤੋਂ ਵੀ ਕੀ ਕਿ ਪ੍ਰੀ ਇਨਫੈਂਸੀ ਪੀਰੀਅਡ ਤੋਂ ਸ਼ੁਰੂ ਹੋ ਕੇ ਪਹਿਲੇ 25 ਸਾਲਾਂ ਤੱਕ ਇਨਸਾਨ ਦੀ ਗਰੋਥ ਹੁੰਦੀ ਆ, ਮਤਲਬ ਕਿ ਉਹਦੇ ਵਿੱਚ ਵਾਧਾ ਹੁੰਦਾ ਗਾ, ਵੱਖ-ਵੱਖ ਇੰਟਰਨਲ ਜਾਂ ਐਕਸਟਰਨਲ ਦੀ ਗੱਲ ਕਰਦੇ ਆ। ਜਿਹੜੀ ਡਿਵੈਲਪਮੈਂਟ ਆ, ਡਿਵੈਲਪਮੈਂਟ 0 ਤੋਂ ਲੈ ਕੇ ਟਿਲ ਡੈਥ, ਮਰਨ ਤੱਕ, ਜਨਮ ਤੋਂ ਲੈ ਕੇ, ਜਨਮ ਤੋਂ ਪਹਿਲਾਂ ਵੀ ਇਨਫੈਂਸੀ ਪੀਰੀਅਡ, ਪ੍ਰੀ ਇਨਫੈਂਸੀ ਪੀਰੀਅਡ ਤੋਂ ਸ਼ੁਰੂ ਹੋ ਕੇ ਡਿਵੈਲਪਮੈਂਟ ਜਿਹੜੀ ਹੈਗੀ ਆ ਡੈਥ ਤੱਕ ਚੱਲਦੀ ਹੈਗੀ ਜੀ। ਠੀਕ ਹੈ ਜੀ, ਤਾਂ ਦੋਨਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਾਨੂੰ ਗਰੋਥ ਐਂਡ ਡਿਵੈਲਪਮੈਂਟ ਦੇ ਵਿੱਚ ਇਹਨਾਂ ਕਨਸੈਪਟ, ਭਾਵੇਂ ਕਿ ਡਿਵੈਲਪਮੈਂਟ ਦਾ ਹੀ ਪਾਰਟ ਗਰੋਥ ਆ, ਪਰ ਇਹਨਾਂ ਦੋਨੋਂ ਕਨਸੈਪਟਸ ਨੂੰ ਸਾਨੂੰ ਸਮਝਣਾ ਪਊਗਾ, ਫਿਰ ਅਸੀਂ ਆਪ ਦੇ ਲੈਕਚਰ ਨੂੰ ਅੱਗੇ ਲੈ ਕੇ ਚੱਲਾਂਗੇ। ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਜੇ ਇਹਨਾਂ ਦੋਨਾਂ ਕਨਸੈਪਟਸ ਨੂੰ ਸਮਝਣਾ ਤਾਂ ਅਸੀਂ ਇਸ ਤਰੀਕੇ ਨਾਲ ਪਾਰਟੀਸ਼ਨ ਕਰ ਸਕਦੇ ਹਾਂ। ਇੱਕ ਸਾਈਡ ਅਸੀਂ ਗਰੋਥ ਲਿਖਾਂਗੇ ਤੇ ਇੱਕ ਸਾਈਡ ਅਸੀਂ ਡਿਵੈਲਪਮੈਂਟ ਲਿਖਾਂਗੇ ਜੀ। ਠੀਕ ਹੈ ਜੀ, ਗਰੋਥ ਐਂਡ ਡਿਵੈਲਪਮੈਂਟ। ਤਾਂ ਜਦੋਂ ਅਸੀਂ ਸ਼ੁਰੂਆਤ ਕਰਦੇ ਹਾਂ ਤਾਂ ਇਹਨੂੰ ਅਸੀਂ ਪਾਰਟ ਆਫ ਡਿਵੈਲਪਮੈਂਟ, ਜੋ ਆਪਾਂ ਹੁਣੇ ਗੱਲ ਕਰਕੇ ਹਟੇ ਹਾਂ, ਪਾਰਟ ਆਫ ਡਿਵੈਲਪਮੈਂਟ ਕਹਾਂਗੇ ਜੀ, ਕਿਉਂਕਿ ਗਰੋਥ ਡਿਵੈਲਪਮੈਂਟ ਦਾ ਹੀ ਪਾਰਟ ਆ। ਡਿਵੈਲਪਮੈਂਟ ਇੱਕ ਤੁਸੀਂ ਕਹਿ ਸਕਦੇ ਹੋ ਹੋਲ ਕਨਸੈਪਟ ਆ, ਮਤਲਬ ਕਿ ਸੰਪੂਰਨ ਕਨਸੈਪਟ ਆ ਜੀ ਇਹ ਡਿਵੈਲਪਮੈਂਟ, ਇਹ ਸੰਪੂਰਨ ਆ ਜੀ। ਗਰੋਥ ਇਹਦਾ ਇੱਕ ਹਿੱਸਾ, ਡਿਵੈਲਪਮੈਂਟ ਸੰਪੂਰਨ ਕਨਸੈਪਟ ਆ, ਗਰੋਥ ਇਹਦਾ ਇੱਕ ਪਾਰਟ ਆ, ਇੱਕ ਹਿੱਸਾ। ਫਿਰ ਦੇਖੀਏ ਅਸੀਂ ਗਰੋਥ ਆ ਜੋ ਉਹ ਲਿਮਟਿਡ ਟਾਈਮ 'ਚ ਹੁੰਦਾ ਜੀ। ਲਿਮਟਿਡ ਟਾਈਮ ਮਤਲਬ ਕਿ ਅੰਦਾਜ਼ਾ ਤੁਸੀਂ ਕਹਿ ਸਕਦੇ ਹੋ 0 ਤੋਂ 25 ਸਾਲ, ਹੈ ਨਾ। ਸਾਡਾ ਜਿਹੜਾ ਗਰੋਥ ਆ ਉਹ ਇਸ ਸਮੇਂ ਤੱਕ ਹੀ ਹੁੰਦਾ। 0 ਤੋਂ 25 ਸਾਲ ਦੇ ਵਿੱਚ ਇਹ ਦੋ ਤਰ੍ਹਾਂ ਦਾ ਤੁਸੀਂ ਕਹਿ ਸਕਦੇ ਹੋ ਕਿ ਗਰੋਥ ਆ। ਇੱਕ ਨੂੰ ਅਸੀਂ ਇੰਟਰਨਲ ਬੋਲ ਦਿੰਦੇ ਹਾਂ, ਇੰਟਰਨਲ ਗਰੋਥ, ਇੱਕ ਨੂੰ ਅਸੀਂ ਐਕਸਟਰਨਲ ਬੋਲ ਦਿੰਦੇ ਹਾਂ।
इंटरनल का मतलब हैगा जो साडी बॉडी के इंटरनल अंदरूनी रूप च ग्रोथ हुंदा, लाइक साडे मसल्स का साइज़ वधना, साडे अंदरूनी अंगां का, साडे हार्ट वगैरह वगैरह इन्हां अंगां का साइज़ वधना, उहनूं असीं इंटरनल ग्रोथ कह दिंदे आ। एक्सटर्नल ग्रोथ जो साडे सामने वापर रहा, जो दिख रहा, लाइक साडे हत्थां पैरां कद काठ का वधना, इहनूं असीं एक्सटर्नल ग्रोथ कह दिंदे आ। ठीक है जी। जो डिवेलपमेंट आ जी, ये कंटीन्यूअस प्रोसैस आ जी, एक कंटीन्यूअस प्रोसैस आ, मतलब कि लगातार चलण वाला प्रोसैस आ। जदों कि जिहड़ा ग्रोथ आ ये लिमिटेड टाइम का प्रोसैस आ, ये वड्डा मतलब कि इन्हां दे विच डिफरेंस आ। ये कंटीन्यूअस प्रोसैस आ। तुसीं जीरो तो लैके, जीरो तो मेरा भाव हैगा प्री इन्फेंसी पीरियड तो लैके, जिथे बच्चे की शुरुआत होंदी है लाइफ की, है ना, ਜਾਂ ਤੁਸੀਂ ਚਲੋ ਸੌਖਿਆਂ ਸਮਝ ਲਈ ਬਰਥ ਤੋਂ ਕਹਿ ਸਕਦੇ ਹੋ, ਬਰਥ ਤੋਂ ਲੈ ਕੇ ਡੈਥ ਤੱਕ ਇਹ ਕਨਸੈਪਟ ਚੱਲਦਾ, ਇਹ ਕੰਟੀਨਿਊਸ ਪ੍ਰੋਸੈਸ ਆ ਜੀ। ਠੀਕ ਹੈ ਜੀ। ਇਸੇ ਦੇ ਨਾਲ ਅਸੀਂ ਅੱਗੇ ਦੇਖੀਏ, ਇਹ ਕੁਆਂਟੀਟੀ ਨਾਲ ਰਿਲੇਟਡ ਆ ਜੀ, ਇਹ ਕੁਆਲਿਟੀ ਨਾਲ ਰਿਲੇਟਡ ਆ, ਇਹ ਮਾਤਰਾ ਨਾਲ ਰਿਲੇਟਡ ਆ, ਇਹ ਗੁਣਵੱਤਾ ਨਾਲ ਰਿਲੇਟਡ ਆ। मतलब कि ग्रोथ ਦੇ ਵਿੱਚ ਤੁਸੀਂ ਇਹ ਗੱਲ ਕਰੋਗੇ ਕਿ ਇਸ ਅੰਗ ਦਾ ਕੀ ਸਾਈਜ਼ ਆ, ਕੀ ਆਕਾਰ ਆ, ਸੌਰੀ, ਜਿਸ ਨੂੰ ਤੁਸੀਂ ਦੇਖ ਮਾਪ ਤੋਲ ਸਕਦੇ ਹੋ, ਹੈ ਨਾ, ਇਹ ਕੁਆਂਟੀਟੀ ਬਣ ਜਾਂਦੀ ਹੈ। ਡਿਵੈਲਪਮੈਂਟ ਦੇ ਵਿੱਚ ਕੀ ਹੈ ਜੀ, ਇਹ ਕੁਆਲਿਟੀ ਨਾਲ ਰਿਲੇਟਡ ਆ। ਬੇਸਿਕਲੀ ਕੁਆਲਿਟੀ, ਗੁਣਵੱਤਾ, ਤੁਸੀਂ ਹੱਥਾਂ ਨਾਲ ਕਿੰਨਾ ਸੋਹਣਾ ਲਿਖ ਸਕਦੇ ਹੋ, ਕੀ ਕੀ ਕੰਮ ਕਰ ਸਕਦੇ ਹੋ, ਤੁਸੀਂ ਬੁਣ ਸਕਦੇ ਹੋ, ਤੁਸੀਂ ਪੇਂਟਿੰਗ ਕਰ ਸਕਦੇ ਹੋ, ਤੁਸੀਂ ਡਰਾਇੰਗ ਕਰ ਸਕਦੇ ਹੋ, ਕਾਰਟੂਨ ਬਣਾ ਸਕਦੇ ਹੋ, ਵਗੈਰਾ ਵਗੈਰਾ। ਇਹ ਸਭ ਕੁਝ ਡਿਵੈਲਪਮੈਂਟ ਦੀ ਗੱਲ ਕੀਤੀ ਜਾ ਰਹੀ ਹੈ। ਜੇ ਤੁਹਾਡੀਆਂ ਲੈਗਸ ਦਾ ਕੀ ਆਕਾਰ ਆ, ਇਹ ਗੱਲ ਕੀਤੀ ਜਾਵੇ ਤਾਂ ਇਹ ਗਰੋਥ ਦੀ ਗੱਲ ਕੀਤੀ ਜਾ ਰਹੀ ਆ। ਤੁਸੀਂ ਕਿੰਨਾ ਤੇਜ਼ ਦੌੜ ਸਕਦੇ ਹੋ, ਕਿੰਨਾ ਹਾਈ ਜੰਪ ਲਗਾ ਸਕਦੇ ਹੋ, ਲੌਂਗ ਜੰਪ ਲਗਾ ਸਕਦੇ ਹੋ, ਤਾਂ ਇਹ ਡਿਵੈਲਪਮੈਂਟ ਦੀ ਗੱਲ ਕੀਤੀ ਜਾ ਰਹੀ ਆ। मतलब कि डिवेलपमेंट एक फंक्शनिंग आ, ग्रोथ उस फंक्शनिंग नूं जिहड़ा मशीनरी पूरा करती आ वो चीज़ आ। इस चीज़ नूं समझण दी जरूरत हैगी आ। जिवें आपां पहलां गल कीता कि ग्रोथ नूं तुसीं मीजरमेंट मतलब कि तुसीं माप तोल सकते हो, तो डिवेलपमेंट नूं तुसीं ਇਹਦੀ ਤੁਸੀਂ ਅਸੈਸਮੈਂਟ ਕਰ ਸਕਦੇ ਹੋ ਜੀ। ग्रोथ ਨੂੰ ਤੁਸੀਂ ਮਾਪ ਤੋਲ ਸਕਦੇ ਹੋ, ਤੁਹਾਡੇ ਕੋਲੇ ਪੈਮਾਨੇ ਹੈ, ਪਰ दूसरी ਸਾਈਡ ਜਦੋਂ ਤੁਸੀਂ ਡਿਵੈਲਪਮੈਂਟ ਦੀ ਗੱਲ ਕਰੋਗੇ ਤਾਂ ਉਹਨੂੰ ਤੁਸੀਂ ਅਸੈਸਮੈਂਟ, ਉਹਦੀ ਅਸੈਸਮੈਂਟ ਕਰ ਸਕਦੇ ਹੋ, ਪ੍ਰੋਪਰ ਤੌਰ ਤੇ ਤੁਸੀਂ ਉਹਨੂੰ ਮਾਪ ਤੋਲ ਨਹੀਂ ਸਕਦੇ। ਅੱਗੇ ਚੱਲਦੇ ਹਾਂ ਜੀ। ਅੱਗੇ ਅਸੀਂ ਗੱਲ ਕਰੀਏ ਜਿਹੜਾ ਇੰਪੋਰਟੈਂਟ ਕਾਫੀ ਸਾਰੇ ਪੇਪਰਾਂ ਦੇ ਵਿੱਚ ਇਹ ਕੁਐਸਚਨ ਆਉਂਦਾ ਰਹਿੰਦਾ ਕਿ ਗਰੋਥ ਜੇ ਤੁਸੀਂ ਕਹਿ ਸਕਦੇ ਹੋ ਕਿ ਡਿਵੈਲਪਮੈਂਟ ਤੋਂ ਬਿਨਾ ਹੋ ਸਕਦੀ ਹੈ ਜੀ। ग्रोथ डिवेलपमेंट तो बिना हो सकती है। जिवें कि आपां हुणे एक एग्जाम्पल लैती आ कि असी साडे हत्थां दा आकार प्रॉपर आउंदा ते असी लिख सकते हैं, असी पेंटिंग कर सकते हैं। पेंटिंग हुण डिवेलपमेंट आ। जे पेंटिंग ना भी आऊ तो ग्रोथ तो साडी हुंदी आ। एक पिछे जे काफ़ी टाइम पहला एक मूवी आई सीगी, असी अक्सर क्लास दे विच उस मूवी का जिक्र करते हैं कि कोई मिल गया। उस दे विच की है कि तुसी देखो कि एक जिहड़ा उहदा हीरो आ ऋतिक रोशन, तो वो देखते हो तुसी कि उहदी हाइट, उहदी ग्रोथ प्रॉपर हुंदी आ, उहदी हाइट, उहदे अंगां दा आकार प्रॉपर शेप लैंदा, प्रॉपर ग्रोथ हुंदी आ, पर वो डिवेलप नहीं हो पाउंदा। मूवी दे विच कहा जांदा कि जी ये बच्चा भावें तुहाडा 6 फुट का हो चुकिया, पर इहदा लैवल आ जिहड़ा वो 7वीं 8वीं वाला, मतलब कि डिवेलप नहीं हो पाया। तो गल की है कि ये हो सकदा, ग्रोथ डिवेलपमेंट तो बिना हो सकती है, पर डिवेलपमेंट कदे भी ग्रोथ तो बिना नहीं हो सकती। डिवेलपमेंट ग्रोथ तो बिना नहीं हो सकती जी। फॉर एग्जाम्पल अनलकीली कोई बच्चा पोलियो का शिकार आ, अनलकीली कोई बच्चा पोलियो का शिकार है, इट मीनस की आ कि उहदी लैग आ जिहड़ी उहदी प्रॉपर ग्रोथ नहीं हुई, प्रॉपर ग्रोथ नहीं हुई, तो वह दौड़ किवें सकूगा, उहदी डिवेलपमेंट ते भी इस चीज़ का असर पऊगा। तो डिवेलपमेंट ग्रोथ तो बिना नहीं। किसी बच्चे का अनलकीली उहदा हथ प्रॉपर ग्रोथ, प्रॉपर आकार उहने नहीं लेता,
ਤਾਂ ਉਹ ਉਹਦੇ ਨਾਲ ਅੱਛੀ ਡਿਵੈਲਪਮੈਂਟ ਕਿਵੇਂ ਕਰ ਸਕੂਗਾ, ਫੰਕਸ਼ਨਿੰਗ ਕਿਵੇਂ ਕਰ ਸਕੂਗਾ। ਤਾਂ ਇਹ ਚੀਜ਼ ਹੁੰਦੀ ਆ, ਇਨਸਾਨ ਦਾ ਜਿਹੜੇ ਅੰਗ ਨੇ ਪ੍ਰੋਪਰ ਗਰੋਥ ਨਹੀਂ ਕੀਤੀ ਉਸ ਅੰਗ ਨਾਲ ਹੀ ਸੰਬੰਧਿਤ ਉਹਦੀ ਡਿਵੈਲਪਮੈਂਟ ਨਹੀਂ ਹੋਊਗੀ। ਇਹ ਬਹੁਤ ਇੰਪੋਰਟੈਂਟ ਕਨਸੈਪਟ ਆ, ਕਈ ਪੇਪਰਾਂ ਦੇ ਵਿੱਚ ਇਹਦੇ ਚੋਂ ਜਿਹੜਾ ਹੈਗਾ ਸਵਾਲ ਆਇਆ ਗਾ। ਅੱਗੇ ਜੇ ਤੁਸੀਂ ਦੇਖੋ ਤਾਂ ਗਰੋਥ ਤੇ ਹੈਰੀਡਿਟੀ, ਹਾਲਾਂਕਿ ਗਰੋਥ ਤੇ ਹੈਰੀਡਿਟੀ ਜ਼ਿਆਦਾ ਅਸਰ ਪਾਉਂਦੀ ਆ, ਜ਼ਿਆਦਾ ਇਨਫਲੂਐਂਸ ਆ, ਡਿਵੈਲਪਮੈਂਟ ਤੇ এনवायरमेंट ਜ਼ਿਆਦਾ ਅਸਰ ਪਾਉਂਦਾ, ਪਰ ਪੂਰੀ ਤਰ੍ਹਾਂ ਤੁਸੀਂ ਦੋਨਾਂ ਨੂੰ ਹੀ ਨਹੀਂ ਨਕਾਰ ਸਕਦੇ ਇੱਕ ਦੂਜੇ ਤੋਂ। ਜ਼ਿਆਦਾ ਅਸਰ ਡਿਵੈਲਪਮੈਂਟ ਤੇ এনवायरमेंट ਪਾਉਂਦਾ, ਗਰੋਥ ਤੇ ਜਿਹੜੀ ਹੈਗੀ ਹੈਰੀਡਿਟੀ ਜ਼ਿਆਦਾ ਅਸਰ ਪਾਉਂਦੀ ਆ। ਠੀਕ ਹੈ ਜੀ, ਗਰੋਥ ਨੂੰ ਤੁਸੀਂ ਪਾਰਟੀਕੂਲਰ ਐਸਪੈਕਟ ਤੇ ਦੇਖਦੇ ਹੋ ਜੀ, ਇਹਨੂੰ ਤੁਸੀਂ ਡਿਵੈਲਪਮੈਂਟ ਨੂੰ ਤੁਸੀਂ ਐਜ਼ ਏ ਹੋਲ ਦੇਖਦੇ ਹੋ ਜੀ। ਇਹ ਇੰਟੀਗ੍ਰੇਟਡ ਨਹੀਂ ਹੁੰਦਾ, ਇਹ ਇੰਟੀਗ੍ਰੇਟ ਬੇਸਿਕਲੀ ਪਾਰਟੀਕੂਲਰ ਐਸਪੈਕਟਸ ਦੇ ਤੌਰ ਤੇ ਗਰੋਥ ਨੂੰ ਦੇਖਦੇ ਹੋ ਕਿ ਇਹ ਬੰਦੇ ਦੇ ਹੱਥਾਂ ਦਾ ਕਿਵੇਂ ਦੀ ਗਰੋਥ ਹੋਈ ਆ, ਪੈਰਾਂ ਦੀ ਕਿਵੇਂ ਗਰੋਥ ਹੋਈ ਆ, ਇਹਦਾ ਹਾਈਟ ਕਿੰਨੀ ਆ, ਇਹਦੀ ਵਾਲਾਂ ਦੀ ਗਰੋਥ ਕਿਵੇਂ ਵਗੈਰਾ ਵਗੈਰਾ। ਪਾਰਟੀਕੂਲਰ ਐਸਪੈਕਟ ਤੇ ਤੁਸੀਂ ਦੇਖ ਸਕਦੇ ਹੋ। ਡਿਵੈਲਪਮੈਂਟ ਐਜ਼ ਏ ਹੋਲ ਕਨਸੈਪਟ ਹੁੰਦਾ ਗਾ, ਇਹਦੇ ਹੀ ਤੁਸੀਂ ਹਿੱਸਿਆਂ ਦੇ ਵਿੱਚ ਨਹੀਂ ਦੇਖ ਸਕਦੇ। ਜੇ ਇਸ ਵਕਤ ਤੁਸੀਂ ਨੋਟ ਵੀ ਕਰ ਰਹੇ ਹੋ ਕਾਪੀਆਂ ਤੇ, ਤਾਂ ਤੁਸੀਂ ਦੇਖੋ ਕਿ ਤੁਸੀਂ ਐਜ਼ ਏ ਹੋਲ ਕਨਸੈਪਟ ਡਿਵੈਲਪਮੈਂਟ ਸੰਪੂਰਨਤਾ ਦੇ ਨਾਲ ਕਨਸੈਪਟ ਨੂੰ ਦੇਖ ਰਹੇ ਹੋ। ਇਹ ਨਹੀਂ ਹੈ ਕਿ ਤੁਹਾਡੇ ਇਕੱਲੇ ਹੱਥ ਕੰਮ ਕਰ ਰਹੇ ਨੇ, ਤੁਹਾਡਾ ਦੇਖਣਾ, ਤੁਹਾਡਾ ਸੁਣਨਾ ਵਗੈਰਾ ਵਗੈਰਾ ਸਾਰੀਆਂ ਚੀਜ਼ਾਂ ਇਹਦੇ 'ਚ ਕੰਮ ਕਰ ਰਹੀਆਂ ਨੇ। ਠੀਕ ਹੈ ਜੀ, ਅੱਗੇ ਚੱਲਦੇ ਹਾਂ ਜੀ ਨੈਕਸਟ। ਇਹ ਸਟਰਕਚਰ ਨਾਲ ਵੈਸੇ ਆਪਾਂ ਇਹ ਗੱਲ ਪਹਿਲਾਂ ਕਰ ਚੁੱਕੇ ਹਾਂ। ਸਟਰਕਚਰਲ ਕਨਸੈਪਟ ਆ ਜੀ, ਇਹ ਫੰਕਸ਼ਨਿੰਗ ਆ ਜੀ, ਇਹ ਫੰਕਸ਼ਨਿੰਗ ਹੈ, ਸਟਰਕਚਰਲ ਕਨਸੈਪਟ ਆ ਜੀ। ਠੀਕ ਹੈ ਜੀ, ਇਹ ਫੰਕਸ਼ਨਿੰਗ ਨਾਲ ਆ ਜੀ। ਇਹ ਇੰਟੀਗ੍ਰੇਟਡ ਨਹੀਂ ਹੈਗਾ ਜੀ, ਨਾਟ ਇੰਟੀਗ੍ਰੇਟਡ, ਤੇ ਇਹ ਇੰਟੀਗ੍ਰੇਟਡ ਆ ਜੀ। ਮਤਲਬ ਕਿ ਡਿਵੈਲਪਮੈਂਟ ਦੇ ਵਿੱਚ ਇੱਕ ਤੋਂ ਜ਼ਿਆਦਾ ਅੰਗ ਰਲ ਕੇ ਕੰਮ ਕਰਦੇ ਨੇ ਤਾਂ ਡਿਵੈਲਪਮੈਂਟ ਹੁੰਦੀ ਹੈ। ਤੁਸੀਂ ਦੌੜ ਰਹੇ ਹੋ, ਤੁਸੀਂ ਲਿਖ ਰਹੇ ਹੋ, ਤਾਂ ਸਿਰਫ ਤੁਹਾਡੀਆਂ ਲੈਗਸ ਕੰਮ ਨਹੀਂ ਕਰ ਰਹੀਆਂ ਦੌੜਨ ਦੇ ਵਿੱਚ, ਹੋਰ ਤੁਹਾਡੀ ਦਿਮਾਗੀ ਸਾਇੰਸ, ਤੁਹਾਡਾ ਦੇਖਣਾ, ਤੁਹਾਡੀ ਸਮਝ, ਕਾਫੀ ਚੀਜ਼ਾਂ ਰਲ ਕੇ ਕੰਮ ਕਰ ਰਹੀਆਂ ਨੇ। ਗਰੋਥ ਦੇ ਵਿੱਚ ਇੰਟੀਗ੍ਰੇਸ਼ਨ ਹੁੰਦੀ ਹੈ, ਤੁਹਾਡੀ ਲੈਗਸ ਦਾ ਆਕਾਰ ਪ੍ਰੋਪਰ ਹੋ ਰਿਹਾ, ਅਨਲੱਕੀਲੀ ਕਿਸੇ ਦਾ ਹੱਥਾਂ ਦਾ ਆਕਾਰ ਜਾਂ ਕਿਸੇ ਹੋਰ ਚੀਜ਼ ਦੀ ਗਰੋਥ ਨਹੀਂ ਹੋ ਰਹੀ, ਤਾਂ ਇਟਸ ਓਕੇ, ਇੱਕ ਇੱਕ ਅੰਗ ਨੂੰ ਤੁਸੀਂ ਦੇਖ ਸਕਦੇ ਹੋ। ਤਾਂ ਗਰੋਥ ਕਦੇ ਵੀ ਇੰਟੀਗ੍ਰੇਟਡ ਨਹੀਂ ਹੁੰਦੀ, ਜਦੋਂ ਕਿ ਡਿਵੈਲਪਮੈਂਟ ਇੰਟੀਗ੍ਰੇਟਡ ਹੁੰਦੀ ਹੈ ਜੀ। ਠੀਕ ਹੈ ਜੀ, ਤਾਂ ਇਸ ਪੁਆਇੰਟ ਆਫ ਵਿਊ ਤੋਂ ਜਦੋਂ ਅਸੀਂ ਦੇਖਦੇ ਹਾਂ ਗਰੋਥ ਤੇ ਡਿਵੈਲਪਮੈਂਟ ਨੂੰ, ਹਾਲਾਂਕਿ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਡਿਵੈਲਪਮੈਂਟ ਦਾ ਪਾਰਟ ਹੀ ਗਰੋਥ ਹੈ, ਤਾਂ ਇਸ ਕਨਸੈਪਟ ਦੇ ਵਿੱਚ ਅਸੀਂ ਦੋਨਾਂ ਚੀਜ਼ਾਂ ਨੂੰ ਸਾਡੇ ਸਾਹਮਣੇ ਲੈ ਕੇ ਆਉਣੇ ਆ ਕਿ ਗਰੋਥ ਤੇ ਡਿਵੈਲਪਮੈਂਟ ਜਦੋਂ ਅਲੱਗ ਤੋੜ ਕੇ ਦੇਖਦੇ ਹਾਂ, ਗਰੋਥ ਉਹ ਚੀਜ਼ ਜਿਸ ਨੂੰ ਅਸੀਂ ਦੇਖ ਮਾਪ ਤੋਲ ਸਕਦੇ ਹਾਂ, ਜਿਸ ਨੂੰ ਮਾਪਿਆ ਜਾ ਸਕਦਾ ਗਾ। ਡਿਵੈਲਪਮੈਂਟ ਉਹ ਜਿਸ ਨੂੰ ਮਾਪਿਆ ਨਹੀਂ ਜਾ ਸਕਦਾ, ਜਿਸ ਨੂੰ ਅਸੈਸ ਕੀਤਾ ਜਾ ਸਕਦਾ ਗਾ। ਠੀਕ ਹੈ ਜੀ, ਤਾਂ ਗਰੋਥ ਐਂਡ ਡਿਵੈਲਪਮੈਂਟ ਦੇ ਦੋਨਾਂ ਦੇ ਅਸੀਂ ਡਿਫਰੈਂਸ ਦੀ ਗੱਲ ਕੀਤੀ ਹੈਗੀ। ਆਈ ਹੋਪ ਤੁਸੀਂ ਸਮਝ ਗਏ ਹੋਵੋਗੇ। ਨੈਕਸਟ ਗੱਲ ਕਰਦੇ ਹਾਂ ਆਪਾਂ ਅੱਗੇ। ਦੋ ਚੀਜ਼ਾਂ ਨੇ ਜੀ, ਟਾਈਪਸ ਆਫ ਡਿਵੈਲਪਮੈਂਟ। ਟਾਈਪਸ ਆਫ ਡਿਵੈਲਪਮੈਂਟ, ਕਿੰਨੇ ਤਰ੍ਹਾਂ ਦੀ ਡਿਵੈਲਪਮੈਂਟ ਆ। ਸੌਖਾ ਕਨਸੈਪਟ ਆ ਇਹ, ਪਰ ਸੌਖਾ ਹੈ, ਪਰ ਇੱਥੋਂ ਹੀ ਤੁਹਾਡੀ ਸਾਈਕੋਲੋਜੀ ਦਾ ਕਨਸੈਪਟ ਸ਼ੁਰੂ ਹੁੰਦਾ ਬੇਸਿਕਲੀ, ਜਿਹੜਾ ਤੁਹਾਡਾ ਸਿਲੇਬਸ ਆ। ਜੇ ਮੈਂ ਤੁਹਾਨੂੰ ਇਹ ਗੱਲ ਆਖਾਂ ਕਿ ਜਿਹੜਾ ਤੁਹਾਡਾ ਸਿਲੇਬਸ ਆ ਲਾਈਕ ਉਹ ਸਾਰਾ ਨਾ ਗਰੋਥ ਡਿਵੈਲਪਮੈਂਟ ਵਾਲੇ ਚੈਪਟਰ ਦੇ ਹੀ ਅੱਗੇ ਅੱਗੇ ਪਾਰਟਸ ਨੇ, ਤਾਂ ਮੈਂ ਗਲਤ ਨਹੀਂ ਕਹਿ ਰਿਹਾ, ਮੈਂ ਸਹੀ ਕਹਿ ਰਿਹਾ। ਕਿਵੇਂ, ਉਸ ਚੀਜ਼ ਨੂੰ ਮੈਂ ਸਾਬਿਤ ਕਰਦਾ। ਟਾਈਪਸ ਆਫ ਡਿਵੈਲਪਮੈਂਟ, ਤੁਸੀਂ ਸਾਰਿਆਂ ਨੇ ਪਿਛਲੀਆਂ ਕਲਾਸਾਂ ਦੇ ਵਿੱਚ ਇਸ ਕਨਸੈਪਟ ਨੂੰ ਪੜ੍ਹਿਆ। ਕਿੰਨੇ ਤਰ੍ਹਾਂ ਦੀ ਟਾਈਪਸ ਹੁੰਦੀਆਂ, ਲਾਈਕ ਸੋਸ਼ਲ ਡਿਵੈਲਪਮੈਂਟ, ਲਾਈਕ ਮੈਂਟਲ ਡਿਵੈਲਪਮੈਂਟ, ਠੀਕ ਹੈ ਜੀ, ਲਾਈਕ ਤੁਸੀਂ ਲੈਂਗੁਏਜ ਡਿਵੈਲਪਮੈਂਟ ਦੀ ਗੱਲ ਕਰ ਸਕਦੇ ਹੋ। ਠੀਕ ਹੈ ਜੀ, ਲਾਈਕ ਇਮੋਸ਼ਨਲ ਡਿਵੈਲਪਮੈਂਟ, ਸੈਕਸੁਅਲ ਡਿਵੈਲਪਮੈਂਟ, ਠੀਕ ਹੈ ਜੀ, ਫਿਜ਼ੀਕਲ ਡਿਵੈਲਪਮੈਂਟ, ਇਹਦੇ ਨਾਲ ਤੁਸੀਂ ਜੇ ਆਪਾਂ ਅੱਗੇ ਗੱਲ ਕਰੀਏ, ਕਾफ़ी ਸਾਰੀਆਂ ਡਿਵੈਲਪਮੈਂਟਸ ਨੇ ਵੈਸੇ ਤਾਂ, ਲਾਈਕ ਤੁਸੀਂ ਕਹਿ ਸਕਦੇ ਹੋ ਰਿਲੀਜੀਅਸ ਡਿਵੈਲਪਮੈਂਟ,
है ना। ਇਹਦੇ ਨਾਲ ਜਿਵੇਂ ਲਾਈਕ ਹਾਂ ਮੋਰਲ ਡਿਵੈਲਪਮੈਂਟ ਦੀ ਗੱਲ ਕਰ ਸਕਦੇ ਹਾਂ ਆਪਾਂ। ਇਸ ਤਰੀਕੇ ਨਾਲ ਕਈ ਸਾਰੀਆਂ ਡਿਵੈਲਪਮੈਂਟਸ ਨੇ, मतलब कि कई सारिया डिवेलपमेंट्स तो मतलब की आ कि इंसान का जो जन्म होंदा तो वो वख-वख परसनैलिटी के वख-वख हिस्सों तो टाइप्स तो डिवेलप होंदा, वो समाजिक तौर पर डिवेलप होंदा, विकास करता, दिमागी तौर पर विकास करता, वो भाषा के तौर पर विकास करता, संवेगां जां इमोशनस के तौर पर विकास करता, सैक्सुअल तौर पर विकास करता, वो फिजिकल शरीरक तौर पर वह विकास होंदा, मॉरल तौर पर नैतिकता के तौर पर वह विकास होंदा वगैरह वगैरह बड़ियां सारियां जिहड़े एस्पैक्ट्स दे विच एस्थैटिक डिवेलपमेंट तुसीं कह सकते हो, नैचुरल डिवेलपमेंट तुसीं कह सकते हो, कई सारे पॉइंट ऑफ व्यू तो उसकी डिवेलपमेंट होंदी हैगी। हुण जिहड़ा तुहाडे कंसैप्ट का टाइटल आ, मतलब कि तुहाडे सिलेबस का टाइटल आ चाइल्ड डिवेलपमेंट एंड पैडागोगी, मैं क्यों कहा कि डिवेलपमेंट ही पूरे का पूरा सिलेबस आ, जो अगे सिलेबस पढ़ांगे डिवेलपमेंट का ही पार्ट आ, क्योंकि तुसीं देखो टाइप्स ऑफ डिवेलपमेंट्स ने, है ना। सोशल डिवेलपमेंट की फॉर एग्जाम्पल असीं गल करते हैं, इंसान किवें डिवेलप होंदा, इहदे च असीं बंडूरा की थ्योरी पढ़ांगे, इंसान किस तरह डिवेलप होंदा बंडूरा ने दस्सिया, वैसे बहुत सारे लोगों ने दस्सिया, मैं एग्जाम्पल के तौर पर गल करदा, ठीक है जी। मैंटल डिवेलपमेंट असीं पियाजे की थ्योरी पढ़ांगे, इस डिवेलपमेंट नाल जुड़ी हुई कि दिमाग इंसान का दिमागी तौर पर मैंटली कग्नेटिवली किस तरीके नाल डिवेलप होंदा इंसान, वो सानू पियाजे दसूगा। फिर असीं लैंगुएज की गल करते हैं, ये देखो असीं नॉम चॉम्स्की पढ़ांगे, नॉम चॉम्स्की की गल करते हैं असीं, ठीक है जी। फिर असीं इमोशनस की गल करते हैं, सैक्सुअल डिवेलपमेंट की तुसीं देख लो सिगमंड फ्रॉड पढ़ांगे आपां इहदे च, ठीक है जी। फिजिकल डिवेलपमेंट आ, मॉरल डिवेलपमेंट की गल करते हैं असीं लॉरेंस कोहलबर्ग पढ़ांगे असीं इहदे च, लॉरेंस कोहलबर्ग पढ़ांगे असीं इहदे च। तो बेसिकली डिवेलपमेंट बहुत इंपॉर्टेंट पार्ट आ साडे सिलेबस का, इसे दे ही अगे सब पार्ट्स ने जो असीं थ्योरीज पढ़ते हैं कि इंसान वख-वख समय ते किस तरह डिवेलप हो रहा है। तो बड़ियां सारियां टाइप्स ने इहदियां डिवेलपमेंट्स ਦੀਆਂ, ਉਹੀ टाइप्स ਨੂੰ ਅਸੀਂ ਅੱਗੇ ਜਾ ਕੇ ਐਲੈਬੋਰੇਟ ਕਰਨਾਗਾ ਜਿਹੜੀਆਂ ਸਾਡੀਆਂ ਥਿਊਰੀਜ਼ ਦਾ ਰੂਪ ਲੈ ਲੈਂਦੀਆਂ ਨੇ, ठीक है जी। आई होप तुसीं इत्थों तक समझ गए होवोगे टाइप्स ऑफ डिवेलपमेंट। अगे असीं जदों इसे कंसैप्ट नूं अगे चलावांगे तां सब तो पहला असीं गल करनी आ स्टेजेस की। स्टेजेस ऑफ डिवेलपमेंट, स्टेजेस ऑफ डिवेलपमेंट, स्टेजेस ऑफ डिवेलपमेंट जिथों साडा कंसैप्ट की शुरुआत होंदी है साडे सिलेबस के अकॉर्डिंग तुसीं कह सकते हो। स्टेजेस ऑफ डिवेलपमेंट कई सारियां स्टेजेस दे विच इंसान नूं वंडिया होया जी, जिवें प्री इनफेंसी पीरियड, यह समा है जी 0 तो 9 मंथ, मतलब कि जदों बच्चा माँ की कुख दे विच हुंदा वो समा असीं इहनूं प्री इनफेंसी पीरियड कहने आ, इहनूं प्री बर्थ टाइम भी कह सकते हो, पीरियड भी कह सकते हो तुसीं। इहदे च एक स्टेज हुंदी है जी गर्मिनल स्टेज, मुढ़ली स्टेज आ जी गर्मिनल स्टेज, जिहड़ी 0 तो लैके 2 हफ्तियां की स्टेज आ, 0 तो लैके 2 हफ्तियां की स्टेज है, इहनूं असीं गर्मिनल स्टेज बोलते हैं। फिर असी एक स्टेज होंदी है जी एम्बोरिक स्टेज, एम्बोरनिक स्टेज बोलते हैं जी इसनूं। ये नैक्सट स्टेज है जी साडी, ये स्टेज जिहड़ी हैगी है 3 तो 8 वीक की स्टेज होंदी है जी, 3 तो 8 हफ्तियां की स्टेज आ, ठीक है जी। एक होंदी है जी फीटल स्टेज, यह 8 तो लैके बर्थ तक की स्टेज है जी। 3 स्टेजिस दे विच प्री इनफेंसी पीरियड वंडिया होया जी, जिहड़ी इंसान की पहली स्टेज आ गई जदों दी लाइफ शुरू होंदी हैगी। गर्मिनल स्टेज बिल्कुल अजे बच्चा एग के रूप च हुंदा, छोटा हुंदा, अजे तक उहदा कोई भी शेप लैनी उहने शुरू नहीं कीती हुंदी, बिल्कुल स्टार्टिंग स्टेज आ। एम्बोरनिक स्टेज 3 तो 8 वीक की स्टेज है जी, ये बच्चा थोड़ा मतलब कि वो एक ग्रोथ होने लग जाती है, वो शेप लैनी शुरू कर दिंदा, वो अंग बनने शुरू हो जाते हैं वगैरह वगैरह।
इस स्टेज है जी। फिर फीटल स्टेज है जी, फीटल स्टेज 8 तो इस दे विच पूरा प्रॉपर तरीके दे नाल बच्चे की ग्रोथ होंदी है, बच्चे के जिहड़े हैगे अंग बनते हैं, वो अगे अगे मूवमेंट्स शुरू करता, वो डिवेलपमेंट भी शुरू होंदी है, लैग्स प्रॉपर शेप दे विच आउंदियां ने, तो फिर वो लैग्स नूं किकिंग करदा वगैरह वगैरह, इस तरीके नाल वो अगे अगे वधना शुरू हो जाता गा, तो बर्थ तक ये स्टेज चलती रहिंदी है जी। ठीक है जी। तो इस तो बाद शुरू होंदा जी इन्फेंसी पीरियड, जिहड़ी 0 तो 2 साल का समा जी, मतलब कि 0 तो इत्थे मेरा मतलब हैगा बर्थ तो 2 साल के समय नूं इन्फेंसी पीरियड कहने हैं जी असीं। ये बड़ा इंपॉर्टेंट पीरियड आ जी, क्रिटिकल पीरियड भी इनू कहा जाता है ना। इस पीरियड दे विच की हुंदा जी, पहली गल तो बच्चा सेंसस के थ्रू ही सीखदा, क्योंकि वो कोले भाषा नहीं होंदी अजे तक। मन्निया जाता कि 9 तो 1 साल का बच्चा एक शब्द नूं बोलन लगदा, 1.5 साल का बच्चा 2 शब्दों नूं बोलन लगदा, 2 तो 2.5 साल का बच्चा 3 शब्दों नूं जोड़ के बोलन लगदा। पर इस पीरियड की शुरुआत दे विच बच्चे कोले कोई लैंगुएज नहीं हुंदी, तो सेंसस थ्रू ही रिएक्ट करता। जो वह कुछ दुखदा, उन्होंने भुख लगती आ, वो रोंदा, वो मदर उन्होंने संभालते हैं, सेंसस थ्रू वो पूरी का पूरा जिहड़ा हैगा निर्वाह करता आपदा, वो रहिंदा। ठीक है जी। इसे लाइक जिवें एक इसे समय दे विच जिहड़ी 1 वर्ड स्टेज आउंदी है जी, मतलब कि जो बच्चा 9 महीनों का हुंदा तो उन्होंने 1 वर्ड स्टेज बोलते हैं। फिर 1.5 साल का जो बच्चा हुंदा उन्होंने असीं 2 वर्ड स्टेज बोलते हैं, मतलब कि बच्चा 2 शब्दों को जोड़ के बोलना सीख जाता। ठीक है जी। इनू डेंजरस एज भी कहा जाता, हरलॉक ने कहा इनू डेंजरस एज। ठीक है जी। इस दे विच डिपेंडेंसी पूरे तरीके नाल बच्चे की आपदे मापिਆਂ ते हुंदी आ। फिर शुरू हुंदा जी साडा चाइल्डहुड पीरियड, बचपन कहने जिन्हों असीं, ये 3 तो लैके 12 साल का समा जी, 3 तो लैके 12 साल का समा। इस समय नूं 2 पार्ट्स दे विच वंडिया जाता। एक हुंदा जी प्री चाइल्डहुड, प्री चाइल्डहुड ये हुंदा जी 3 तो लैके 7 साल का समा। एक हुंदा जी लेटर चाइल्डहुड, लेटर चाइल्डहुड ये 8 तो 12 साल का समा हुंदा जी। 2 भागों के विच बचपन नूं वंडिया जाता, प्री चाइल्डहुड ते लेटर चाइल्डहुड। प्री चाइल्डहुड दे विच की है जी, प्री चाइल्डहुड नूं टॉय एज कहा जाता जी, टॉय एज, लैंगुएज एज, क्योंकि प्री चाइल्डहुड दे विच ही बच्चा शब्द सेंटेंस वाक बनाने सीख जाता। 2.5 तो 3 साल का बच्चा जिहड़ा हैगा वाक बनाने सीख जाता, वो लाइक पूरे तरीके नाल जिहड़ा हैगा भाषा नूं हुण बोलना शुरू कर दिंदा गा। इस समय दे विच डिपेंडेंसी है जिहड़ी मापिਆਂ ते बच्चों की घट जाती है। जिवें पॉटी ट्रेनिंग आ, उस सिचुएशन दे विच हुंदा बच्चा, उन्होंने ट्रेंड किया जा रहा होंदा उहदियां फिजिकल जां परसनल एक्टिविटीज़ लई। ठीक है जी। इनू टॉय एज भी कहा जाता गा, डिपेंडेंसी घट जाती है, लैंगुएज बच्चे नूं आ जाती है, पॉटी ट्रेनिंग दी जा रही होंदी है, आई हैंड कोआर्डीनेशन बन जाता बच्चे का जी, आई हैंड कोआर्डीनेशन। आई हैंड कोआर्डीनेशन का मतलब की है जी कि लाइक आई हैंड कोआर्डीनेशन वो कोआर्डीनेशन है कि तुसीं किसी वाल बाल फेंकोगे तो बाल नूं देख के बंदा हत्थ नाल बाल नूं रोक लूगा, बच्चा भी ये चीज़ करन लग जाता है। एक स्टेज होंदी है कि बच्चे वाल तुसीं बॉल सिੱਟੋ तो ਉਹਦਾ आपदे हत्थां पैरां ते कंट्रोल नहीं हुंदा कि उस बॉल नूं किक कर सके जां फड़ सके। बट इस समय दे विच प्री चाइल्डहुड दे विच बच्चे दा कंट्रोल आ जाता है, वो बॉल नूं मार सकदा, उहनूं रोक सकदा, उहनूं कैच कर सकदा, आई हैंड कोआर्डीनेशन हुंदा। इसे तरीके नाल फिर लेटर चाइल्डहुड की गल कर लग जाने जी असीं। लेटर चाइल्डहुड मतलब कि 8 तो 12 साल का समा, यह किंडरगार्डन का भी समा हैगा जी, किंडरगार्डन का समा, केजी समा जिहड़ा फ्रैडरिक फ्रोबेल ने दिता कंसैप्ट है। फिर लेटर चाइल्डहुड शुरू होंदा, इनू जी असीं स्कूल एज कहने हैं, स्कूल एज। लेटर चाइल्डहुड नूं स्कूल एज कहा जाता क्योंकि स्कूल दे विच किंडरगार्डन कंसैप्ट तो बाद बच्चा स्कूल दे विच एंट्री करदा आपदी, स्कूल एज कहा जाता जी। इत्थे बच्चे का लॉजिक अच्छा हो जाता, ठीक है जी, लॉजिक आ जाता उहदे विच। ठीक है जी। टीचर की इनवॉल्वमेंट वध जाती है जी, फैमिली के नाल नाल टीचर भी एंटर हो जाता, पीयर ग्रुप की भी इनवॉल्वमेंट वध जाती हैगी, पीयर ग्रुप की इनवॉल्वमेंट वध जाती है। कंक्रीट फंक्शनिंग का समा जी, ये
ਕੰਕਰੀਟ ਫੰਕਸ਼ਨਿੰਗ। ਕੰਕਰੀਟ ਫੰਕਸ਼ਨਿੰਗ ਦਾ ਮਤਲਬ ਕੀ ਹੁੰਦਾ ਕਿ ਜਦੋਂ ਤੁਸੀਂ ਕੰਕਰੀਟ ਨੂੰ ਦੇਖਦੇ ਹੋ, ਕੰਕਰੀਟ ਦੀ ਪਛਾਣ ਕਰਨ ਲੱਗ ਜਾਂਦੇ ਹੋ। ਕੰਕਰੀਟ ਦਾ ਮਤਲਬ ਮਟੀਰੀਅਲ ਦੀ। ਜਦੋਂ ਤੁਸੀਂ ਜਾਣਦੇ ਹੋ ਕਿ ਇਹ ਬੈਂਚ ਆ, ਇਹ ਕੁਰਸੀ ਆ, ਇਹ ਕਾਰ ਆ, ਇਹ ਬਾਈਕ ਆ, ਇਹ ਵਗੈਰਾ ਵਗੈਰਾ, ਇਹਨਾਂ ਚੀਜ਼ਾਂ ਬਾਰੇ ਜਦੋਂ ਤੁਹਾਨੂੰ ਗਿਆਨ ਹੋਣ ਲੱਗ ਜਾਂਦਾ ਮਟੀਰੀਅਲ ਨੂੰ ਲੈ ਕੇ, ਤਾਂ ਉਹਨੂੰ ਅਸੀਂ ਕੰਕਰੀਟ ਫੰਕਸ਼ਨਿੰਗ ਕਹਿੰਦੇ ਹਾਂ। ਅਬਸਟਰੈਕਸ਼ਨ ਇੱਕ ਕਨਸੈਪਟ ਆ ਸਾਡੀ ਸਾਈਕੋਲੋਜੀ ਦੇ ਵਿੱਚ, ਜਿਸ ਦਾ ਮਤਲਬ ਹੈਗਾ ਇਮੈਜੀਨੇਸ਼ਨ। ਅਬਸਟਰੈਕਸ਼ਨ ਤੁਹਾਡਾ ਕੰਕਰੀਟ ਹੀ ਤੁਹਾਡੀ ਅਬਸਟਰੈਕਸ਼ਨ ਬਣਾਊਗਾ ਬੇਸਿਕਲੀ। ਪਹਿਲਾਂ ਤੁਸੀਂ ਕੰਕਰੀਟ ਬਾਰੇ ਜਾਣੋਗੇ, ਫਿਰ ਕਲਪਨਾਵਾਂ ਕਰਨਾ ਅੱਗੇ ਅੱਗੇ ਸ਼ੁਰੂ ਕਰੋਗੇ। ਜੋ ਤੁਸੀਂ ਦੇਖਿਆ ਉਸੇ ਬਾਰੇ ਤੁਸੀਂ ਕਲਪਨਾ ਕਰ ਸਕਦੇ ਹੋ। ਜਿਹੜਾ ਤੁਸੀਂ ਦੇਖਿਆ ਨਹੀਂ ਹੈ, ਤੁਸੀਂ ਜਾਣਦੇ ਨਹੀਂ ਕਿਸੇ ਕਨਸੈਪਟ ਬਾਰੇ, ਉਹਦੇ ਬਾਰੇ ਤੁਸੀਂ ਅਬਸਟਰੈਕਟ ਵੀ ਨਹੀਂ ਕਰ ਸਕਦੇ। ਤਾਂ ਪ੍ਰੀ ਚਾਈਲਡਹੁੱਡ ਲੇਟਰ ਚਾਈਲਡਹੁੱਡ ਦੇ ਵਿੱਚ ਬੱਚਾ ਥੋੜਾ ਮੈਚਿਓਰ ਹੋ ਜਾਂਦਾ, ਇਹਨਾਂ ਚੀਜ਼ਾਂ ਨੂੰ ਸਕੂਲ ਜਾਣ ਲੱਗ ਜਾਂਦਾ, ਟੀਚਰ ਤੇ ਉਹਦੀ ਡਿਪੈਂਡੈਂਸੀ ਬਣ ਜਾਂਦੀ ਆ, ਪੀਅਰ ਗਰੁੱਪ ਨਾਲ ਉਹ ਖੇਡਣ ਲੱਗ ਜਾਂਦਾ, ਥੋੜਾ ਜਿਹਾ ਉਹਦਾ ਲੌਜਿਕ ਸਟਰੋਂਗ ਹੋ ਜਾਂਦਾ ਗਾ, ਕੰਕਰੀਟ ਫੰਕਸ਼ਨਿੰਗ ਹੁੰਦੀ ਆ, ਇਮੈਜੀਨੇਸ਼ਨ ਵੀ ਉਹ ਆਪਦੇ ਅਕੋਰਡਿੰਗ ਕਰਦਾ ਗਾ। ਇਸ ਤਰੀਕੇ ਨਾਲ ਬੱਚਾ ਥੋੜਾ ਜਿਹਾ ਜਿਹੜਾ ਹੈਗਾ ਡਿਵੈਲਪ ਹੋ ਜਾਂਦਾ ਗਾ। ਫਿਰ ਸਟੇਜ ਆਉਂਦੀ ਆ ਅਡੋਲਸੈਂਸ ਦੀ ਜੀ। ਅਡੋਲਸੈਂਸ ਪੀਰੀਅਡ, ਜਿਸ ਨੂੰ ਤੁਸੀਂ ਪੰਜਾਬੀ ਦੇ ਵਿੱਚ ਕਹਿੰਦੇ ਹੋ ਕਿਸ਼ੋਰ ਅਵਸਥਾ। ਅਡੋਲਸੈਂਸ ਪੀਰੀਅਡ, ਜਿਸ ਨੂੰ ਤੁਸੀਂ ਕਿਸ਼ੋਰ ਅਵਸਥਾ ਕਹਿੰਦੇ ਹੋ ਜੀ ਪੰਜਾਬੀ ਦੇ ਵਿੱਚ। ਬੜੀ ਜਿਹੜੀ ਹੈਗੀ ਆ ਸਟਰੋਂਗ ਏਜ ਆ, ਤੂਫਾਨੀ ਏਜ ਆ ਜੀ। ਇਹ 13 ਤੋਂ ਲੈ ਕੇ 19 ਸਾਲ ਦੀ ਲਗਭਗ ਇਹ ਏਜ ਹੁੰਦੀ ਹੈ ਜੀ, ਜਿਸ ਨੂੰ ਤੁਸੀਂ ਸਟਰੋਂਗ ਜਾਂ ਤੂਫਾਨੀ ਏਜ ਕਿਹਾ ਜਾਂਦਾ। ਸਭ ਤੋਂ ਜ਼ਿਆਦਾ ਪਰਿਵਰਤਨ ਇਸ ਉਮਰ ਦੇ ਵਿੱਚ ਆਉਂਦੇ ਨੇ, ਚਾਹੇ ਉਹ ਫਿਜ਼ੀਕਲੀ ਹੋਣ, ਚਾਹੇ ਉਹ ਮੈਂਟਲੀ ਹੋਣ, ਚਾਹੇ ਉਹ ਸੋਸ਼ਲੀ ਹੋਣ। ਠੀਕ ਹੈ ਜੀ। ਇਸ ਏਜ ਦੇ ਵਿੱਚ ਜਿਹੜਾ ਹੈਗਾ ਸਭ ਤੋਂ, ਜੇ ਅਸੀਂ ਇਹਨੂੰ ਸ਼ਬਦਾਂ ਦੇ ਰੂਪ 'ਚ ਕਹੀਏ ਤਾਂ ਸਭ ਤੋਂ ਪਹਿਲਾਂ ਤਾਂ ਫਿਜ਼ੀਕਲ ਚੇਂਜਸ। ਲੜਕਾ ਜਾਂ ਲੜਕੀ ਦੇ ਵਿੱਚ ਫਿਜ਼ੀਕਲ ਚੇਂਜਸ, ਜੋ ਨੈਚੁਰਲ ਔਰਗਨਸ ਨੇ ਉਹਨਾਂ ਦੇ, ਉਹ ਜਿਹੜੇ ਹੈਗੇ ਸ਼ੇਪ ਲੈਣ ਲੱਗ ਜਾਂਦੇ ਨੇ, ਹੈ ਨਾ। ਉਹਨਾਂ ਦੇ ਵਿੱਚ ਚੇਂਜਸ ਆਉਣ ਲੱਗ ਜਾਂਦੇ ਨੇ। ਇਮੋਸ਼ਨਲੀ ਵੀ ਉਹਨਾਂ ਦੇ ਵਿੱਚ ਚੇਂਜਸ ਆਉਣ ਲੱਗ ਜਾਂਦੇ ਨੇ। ਓਪੋਜ਼ਿਟ ਸੈਕਸ ਲਈ ਉਹ ਅਟਰੈਕਟ ਹੁੰਦੇ ਨੇ, ਇੱਕ ਦੂਸਰੇ ਵੱਲ ਖਿੱਚ ਬਣਦੀ ਆ ਵਗੈਰਾ ਵਗੈਰਾ। ਤਾਂ ਇਹ ਸਭ ਕੁਛ ਅਡੋਲਸੈਂਸ ਪੀਰੀਅਡ ਦੇ ਵਿੱਚ ਜੋ ਹੈ ਉਹ ਵਾਪਰਦਾ ਗਾ। ਠੀਕ ਹੈ ਜੀ। ਉਹਨਾਂ ਦੀ ਹਾਈਟ ਗਰੋਥ ਪ੍ਰੋਪਰ ਹੋ ਜਾਂਦੀ ਆ। ਗਰੁੱਪਿੰਗ, ਗੈਂਗ ਏਜ ਕਿਹਾ ਜਾਂਦਾ ਜੀ ਇਸ ਨੂੰ। ਲਾਈਕ ਵੈਸੇ ਤਾਂ ਇਹਨਾਂ ਬਾਰੇ ਆਪਾਂ ਜਦੋਂ ਅੱਗੇ ਥੀਰੀਜ਼ ਕਰਾਂਗੇ ਜਾਂ ਅੱਗੇ ਕਨਸੈਪਟ ਕਰਾਂਗੇ ਬੜਾ ਡੀਪਲੀ ਪੜ੍ਹਨਾ ਇਹਨਾਂ ਬਾਰੇ, ਪਰ ਫਿਰ ਵੀ ਜਿੰਨਾ ਅਸੀਂ ਹੁਣ ਹੋ ਸਕਦਾ ਗੈਂਗ ਏਜ ਕਿਹਾ ਜਾਂਦਾ ਜੀ ਇਹਨੂੰ। ਅਟਰੈਕਸ਼ਨ ਹੁੰਦੀ ਆ ਬਿਟਵੀਨ ਓਪੋਜ਼ਿਟ ਸੈਕਸ। ਇਮੋਸ਼ਨ ਸੋਸ਼ਲ ਬੇਸ 'ਤੇ ਬੜਾ ਇੱਥੇ ਆ ਕੇ ਜਿਹੜੇ ਹੈਗੇ ਆ ਇਹ ਡਿਵੈਲਪ ਹੁੰਦੇ ਨੇ ਬੱਚੇ। ਸੋਸ਼ਲ ਡਿਵੈਲਪਮੈਂਟ ਹੁੰਦੀ ਹੈ ਜੀ, ਕਿਉਂਕਿ ਬੱਚੇ ਦੇ ਵਿੱਚ ਹੀਰੋਇਜ਼ਮ ਦੀ ਭਾਵਨਾ ਪੈਦਾ ਹੁੰਦੀ ਹੈ। ਉਹਨੂੰ ਲੱਗਦਾ ਕਿ ਮੈਂ ਹੀ ਸਭ ਕੁਝ ਸਹੀ ਕਰੂੰਗਾ, ਮੈਂ ਹੀ ਸੁਸਾਇਟੀ ਦੇ ਵਿੱਚ ਬਣਾਏ ਹੋਏ ਨਿਯਮਾਂ ਦੇ ਉਹ ਵਿਰੁੱਧ ਜਾਂਦਾ ਗਾ। ਉਹ ਗੱਲ ਕਰਦਾ ਗਾ ਕਿ ਇਸ ਤਰ੍ਹਾਂ ਕਿਉਂ ਆ, ਗਲਤੀਆਂ ਨੂੰ ਲੱਭਣ ਦੀ ਕੋਸ਼ਿਸ਼ ਕਰਦਾ। ਪੇਰੈਂਟਸ ਤੋਂ ਆਪਦਾ ਕੰਟਰੋਲ ਹਟਾਉਣ ਦੀ ਕੋਸ਼ਿਸ਼ ਕਰਦਾ। ਉਹ ਕਹਿੰਦਾ ਕਿ ਮੈਨੂੰ ਆਜ਼ਾਦੀ ਦਿੱਤੀ ਜਾਵੇ ਵਗੈਰਾ ਵਗੈਰਾ। ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹਰਕਤਾਂ ਕਰਦਾ ਗਾ ਅਡੋਲਸੈਂਸ ਪੀਰੀਅਡ ਦੇ ਵਿੱਚ। ਠੀਕ ਹੈ ਜੀ। ਫਿਰ ਇਸ ਪੀਰੀਅਡ ਤੋਂ ਬਾਅਦ ਸਾਡਾ ਆਉਂਦਾ ਜੀ ਅਡਲਟਹੁੱਡ ਪੀਰੀਅਡ। ਅਡਲਟਹੁੱਡ ਪੀਰੀਅਡ ਜਾਂ ਅਡਲਟਹੁੱਡ ਤੁਸੀਂ ਸਟੇਜ ਵੀ ਕਹਿ ਸਕਦੇ ਹੋ, ਅਡਲਟਹੁੱਡ ਸਟੇਜ। ਠੀਕ ਹੈ ਜੀ। ਇਹ ਸਟੇਜ 20 ਸਾਲ ਤੋਂ ਲੈ ਕੇ 60 ਸਾਲ ਦੀ ਸਟੇਜ ਆ ਜੀ। ਇਸ ਸਟੇਜ ਦੇ ਵਿੱਚ ਵੀ ਦੋ ਪਾਰਟਸ ਨੇ। ਇੱਕ 20 ਤੋਂ 45 ਤੱਕ ਪ੍ਰੀ ਅਡਲਟਹੁੱਡ ਕਿਹਾ ਜਾਂਦਾ ਜੀ, ਤੇ 45 ਤੋਂ 60 ਸਾਲ ਦੀ ਏਜ ਨੂੰ ਲੇਟਰ ਅਡਲਟਹੁੱਡ ਕਿਹਾ ਜਾਂਦਾ ਜੀ। ਦੋ ਸਟੇਜਸ ਨੇ। ਹਾਲਾਂਕਿ ਭਾਵੇਂ ਤੁਸੀਂ ETT ਦੇ ਸਟੂਡੈਂਟ ਹੋ ਜਾਂ ਪੇਪਰ 2 ਦੇ ਸਟੂਡੈਂਟ ਹੋ, B.Ed ਵਾਲੇ ਸਟੂਡੈਂਟ ਹੋ, ਤੁਹਾਡਾ ਜਿਹੜਾ ਵਾਹ ਵਾਸਤਾ ਪੇਪਰ ਦੇ ਵਿੱਚ ਜਾਂ ਜਿਹੜੀ ਚਾਈਲਡ ਡਿਵੈਲਪਮੈਂਟ ਦੀ ਗੱਲ ਕੀਤੀ ਗਈ ਹੈ ਤੁਹਾਡੇ ਸਿਲੇਬਸ ਦੇ ਵਿੱਚ, ਉਹ ਅਡੋਲਸੈਂਸ ਪੀਰੀਅਡ ਤੱਕ ਹੀ ਆ, ਕਿਸ਼ੋਰ ਅਵਸਥਾ ਤੱਕ ਹੀ। ਉਹਦਾ ਰੀਜ਼ਨ ਇਹ ਆ ਕਿ ਜਿਨ੍ਹਾਂ ਨੇ ਤਾਂ ETT ਕੀਤੀ ਆ, ਪੇਪਰ 1 ਕੀਤਾ, ਉਹਨਾਂ ਨੇ ਤਾਂ 5ਵੀਂ ਤੱਕ ਹੀ ਬੱਚੇ ਪੜ੍ਹਾਉਣੇ ਨੇ, ਹੈ ਨਾ। 5ਵੀਂ ਕਲਾਸ ਤੱਕ ਉਹ ਟੀਚਰ ਬਣਨਗੇ, ਤਾਂ ਉਸ ਦੇ ਵਿੱਚ ਤਾਂ ਬਹੁਤ ਛੋਟੇ ਬੱਚੇ ਆਉਂਦੇ ਨੇ ਏਜ ਦੇ। ਤਾਂ ਉਹਨਾਂ ਨੂੰ ਇਸ ਸਮੇਂ ਦੀ ਜਿਹੜੀ ਡਿਵੈਲਪਮੈਂਟ ਬਾਰੇ ਜ਼ਿਆਦਾ ਪੜ੍ਹਨ ਦੀ ਜ਼ਰੂਰਤ ਨਹੀਂ। ਵੈਸੇ ਕਈ ਥਿਊਰੀਜ਼ 'ਚੋਂ ਪੇਪਰ ਆ ਸਕਦਾ, ਪਰ ਜਿਹੜਾ ਪੈਡਾਗੋਗੀਕਲ ਪੇਪਰ ਆਉਂਦਾ ਉਹ ਸਾਰਾ ਜਿਹੜੇ ਉਮਰ ਦੇ ਬੱਚਿਆਂ ਨਾਲ ਉਹਨਾਂ ਦਾ ਸੰਬੰਧ ਹੋਣਾ ਉਹਨਾਂ 'ਚੋਂ ਹੀ ਆਉਂਦਾ। ਫਿਰ ਤੁਸੀਂ ਜੇ B.Ed ਪੇਪਰ 2 ਦੀ ਗੱਲ ਕਰਦੇ ਹੋ ਤਾਂ ਤੁਸੀਂ 6ਵੀਂ ਤੋਂ ਲੈ ਕੇ 8ਵੀਂ ਕਲਾਸ ਵਾਲੇ ਬੱਚਿਆਂ ਨੂੰ ਪੜ੍ਹਾਉਣਾ ਗਾ। ਤਾਂ ਜਦੋਂ ਇਸ ਉਮਰ ਵਾਲੇ ਬੱਚਿਆਂ ਨੂੰ ਪੜ੍ਹਾਉਣਾ ਗਾ ਤਾਂ ਉਦੋਂ ਵੀ ਅਡੋਲਸੈਂਸ ਦੇ ਵਿੱਚ ਇਹ ਉਮਰ ਆ ਜਾਂਦੀ ਆ। ਅਡਲਟਹੁੱਡ ਦੇ ਵਿੱਚੋਂ ਸਾਨੂੰ ਬਹੁਤ ਘੱਟ ਕੁਐਸਚਨਸ ਆਉਂਦੇ ਆ। ਕਿਸੇ ਥਿਊਰੀ ਨੂੰ ਲੈ ਕੇ ਕੁਐਸਚਨ ਆ ਸਕਦਾ, ਵੈਸੇ ਸਾਨੂੰ
जनरल क्वेश्चन अडल्टहुड ਜਾਂ ਤੁਸੀਂ ओल्ड एज की गल करो नहीं क्वेश्चन ਹੁੰਦਾ, पर फिर भी ਆਪਾਂ इस स्टेज ਨੂੰ पूरा ਕਰਨ ਲਈ स्टेजेस ऑफ डिवेलपमेंट ਨੂੰ पूरा ਕਰਨ ਲਈ इस चीज़ ਨੂੰ ਪੜਾਂਗੇ। ਤਾਂ ਅਡਲਟਹੁਡ 20 ਤੋਂ ਲੈ ਕੇ 45 ਸਾਲ ਦੀ ਏਜ ਆ ਜੀ। ਤੁਸੀਂ ਜਾਣਦੇ ਹੋ ਕਿ ਯੂਨੀਵਰਸਿਟੀ ਕਾਲਜ ਦੀ ਏਜ ਆ। ਇਸ ਏਜ ਦੇ ਵਿੱਚ ਤੁਸੀਂ ਇੱਕ ਨੋਟ ਕਰ ਸਕਦੇ ਹੋ, ਇਸ ਏਜ ਦੇ ਵਿੱਚ ਬੰਦਾ ਯੂਨੀਵਰਸਿਟੀ ਕਾਲਜ ਜਾਂਦਾ, ਫਿਰ ਉਸ ਤੋਂ ਬਾਅਦ ਉਹਦੀ ਫੈਮਿਲੀ ਸੈਟਅਪ ਹੁੰਦੀ ਆ, ਹੈ ਨਾ। ਉਹ ਜੌਬ ਲੱਗਦਾ, ਕੋਈ ਬਿਜ਼ਨਸ ਕਰਦਾ, ਕੋਈ ਕਿਸੇ ਰੁਝੇਵੇਂ ਦੇ ਵਿੱਚ ਜਿਹੜਾ ਰੁੱਝ ਜਾਂਦਾ, ਫਿਰ ਉਹਦੀ ਮੈਰਿਜ ਹੁੰਦੀ ਆ। ਮੈਰਿਜ ਤੋਂ ਬਾਅਦ ਜਿਹੜਾ ਹੈਗਾ ਉਹਦੀ ਨੈਕਸਟ ਜਨਰੇਸ਼ਨ ਬੱਚੇ ਪੈਦਾ ਹੁੰਦੇ ਨੇ, ਉਹਦੇ ਰਿਲੇਸ਼ਨਸ ਵੱਧਦੇ ਨੇ। ਇਸ ਤਰੀਕੇ ਨਾਲ ਉਹ ਪ੍ਰੀ ਅਡਲਟਹੁਡ ਦੇ ਵਿੱਚ ਜਿਹੜਾ ਹੈਗਾ ਉਹ ਇਨਵੋਲਵ ਹੋ ਜਾਂਦਾ ਨਵੇਂ ਰਿਸ਼ਤੇ ਬਣਾਉਣ ਦੇ ਵਿੱਚ। ਜੇ ਤੁਸੀਂ ਇਸ ਪੁਆਇੰਟ ਆਫ ਵਿਊ ਤੋਂ ਐਰਿਕ ਐਰਿਕਸਨ ਦੀ ਗੱਲ ਕਰੋ ਕਿ ਉਹ ਦੱਸਦਾ ਕਿ ਸਾਡੀ ਸੁਸਾਇਟੀ ਤੇ ਸਾਈਕੋ ਕਿਸ ਤਰ੍ਹਾਂ ਇੱਕ ਦੂਜੇ ਨਾਲ ਜੁੜੇ ਹੋਏ ਨੇ, ਐਰਿਕ ਐਰਿਕਸਨ ਦੀ ਗੱਲ ਕਰਦੇ ਹਾਂ ਤਾਂ ਉਹ ਇਸ ਸਮੇਂ ਤੇ ਦੱਸਦਾ ਕਿ ਉਹਨੂੰ ਬਿਲੋਂਗਿੰਗਨੈਸ ਜਾਂ ਇੰਟੀਮੇਸੀ ਦਾ ਕਨਸੈਪਟ ਆਉਂਦਾ ਇੱਥੇ ਆ ਕੇ, ਸਟੈਗਨੇਸ਼ਨ ਜਾਂ ਜਨਰਲਾਈਜ਼ ਦਾ ਕਨਸੈਪਟ ਆਉਂਦਾ ਇੱਥੇ ਆ ਕੇ। ਇਸ ਤਰ੍ਹਾਂ ਦੇ ਕਨਸੈਪਟਸ ਉਹਦੇ ਸਾਹਮਣੇ ਆਉਂਦੇ ਨੇ। ਫਿਰ ਜਦੋਂ ਲੇਟਰ ਅਡਲਟਹੁਡ ਦੀ ਗੱਲ ਕਰਦੇ ਹਾਂ, ਇਸ ਸਮੇਂ ਦੇ ਵਿੱਚ ਜਦੋਂ ਇਨਸਾਨ ਪਹੁੰਚਦਾ, ਉਹਦੇ ਬੱਚੇ, ਉਹਦੀ ਜੌਬ, ਉਹਦਾ ਪਹਿਲੀ ਗੱਲ ਤਾਂ ਰਿਟਾਇਰਮੈਂਟ ਏਜ ਆ ਇਹ, ਹੈ ਨਾ, ਨੇੜੇ ਜਾ ਕੇ ਰਿਟਾਇਰਮੈਂਟ ਹੁੰਦੀ ਇਹਦੇ ਐਂਡ ਪਾਰਟ 'ਤੇ। ਤਾਂ ਇਸ ਸਟੇਜ ਦੇ ਵਿੱਚ ਉਹਦੇ ਬੱਚੇ ਪ੍ਰੋਪਰਲੀ ਫੈਮਿਲੀ ਬਣ ਚੁੱਕੀ ਆ, ਉਹਦੀ ਵਾਈਫ ਆ, ਉਹਦੀ ਫੈਮਲੀਜ਼ ਆ, ਉਹਦਾ ਸੋਸ਼ਲ ਸਟੇਟਸ ਆ ਵਗੈਰਾ ਵਗੈਰਾ। ਤਾਂ ਇਹਨਾਂ ਚੀਜ਼ਾਂ ਤੋਂ ਫਰੀ ਹੋ ਚੁੱਕਾ। ਤਾਂ ਇੱਥੇ ਆ ਕੇ ਉਹ ਸੈਲਫ ਅਸਟੀਮ ਬਾਰੇ ਸੋਚਦਾ, ਆਪਦੀ ਇੱਜ਼ਤ ਬਾਰੇ ਸੋਚਦਾ, ਸੁਸਾਇਟੀ ਦੇ ਵਿੱਚ ਕੋਈ ਨਾਵਾਂ ਖੱਟਣ ਬਾਰੇ ਸੋਚਦਾ। ਤਾਂ ਇਹ ਸਟੇਜ ਉਹੀ ਹੈ ਜੀ। ਫਿਰ ਉਹ ਜਦੋਂ ਰਿਟਾਇਰ ਹੁੰਦਾ ਜਾਂ ਆਪਦੇ ਕੰਮ ਨੂੰ ਛੱਡਦਾ, ਜੌਬ ਤੋਂ ਰਿਟਾਇਰ ਹੁੰਦਾ ਵਗੈਰਾ ਵਗੈਰਾ, ਉਹ ਫਿਊਚਰ ਪਲਾਨਸ ਬਾਰੇ ਸੋਚਦਾ। ਇੱਥੇ ਐਰਿਕ ਐਰਿਕਸਨ ਗੱਲ ਕਰਦਾ ਕਿ ਜੇ ਤਾਂ ਉਹ ਅੱਛੀ ਲਾਈਫ ਉਹਦੀ ਵਧੀਆ ਚੱਲ ਰਹੀ ਹੈ ਤਾਂ ਉਹ ਫਿਊਚਰ ਪਲਾਨ ਵੀ ਅੱਛੇ ਹੋਣਗੇ, ਜੇ ਨਹੀਂ ਹੋਊਗਾ ਤਾਂ ਉਹਦੇ 'ਚ ਕਿਤੇ ਨਾ ਕਿਤੇ ਜਿਹੜਾ ਡੈਸਪੇਅਰ ਹੋ ਜਾਊਗਾ, ਚਿੰਤਾ 'ਤੇ ਚੱਲ ਜਾਊਗਾ ਉਹ। ਤਾਂ ਇਸ ਸਟੇਜ ਦੇ ਵਿੱਚ ਇਹ ਸਭ ਕੁਝ ਵਾਪਰਦਾ ਜੀ। ਉਹ ਸੁਸਾਇਟੀ ਦੇ ਵਿੱਚ ਇੱਜ਼ਤ ਕਮਾਉਣਾ ਚਾਹੁੰਦਾ ਗਾ, ਉਹ ਸੁਸਾਇਟੀ ਦੇ ਵਿੱਚ ਆਪਦਾ ਨਾਮ ਨਾ ਕਮਾਉਣਾ ਚਾਹੁੰਦਾ ਗਾ ਵਗੈਰਾ ਵਗੈਰਾ। ਠੀਕ ਹੈ ਜੀ। ਸਾਡੇ ਨਾਲ ਇਹਦਾ ਘੱਟ ਸੰਬੰਧ ਕਿਉਂ ਆ? ਕਿਉਂਕਿ ਸਾਡਾ ਜਿਹੜੇ ਬੱਚਿਆਂ ਨੂੰ ਤੁਸੀਂ ਪੜ੍ਹਾਉਣਾ ਉਹ ਇਸ ਏਜ ਵਾਲੇ ਨਹੀਂ ਹੋਣਗੇ, ਹਾਇਰ ਐਜੂਕੇਸ਼ਨ ਦੇ ਵਿੱਚ ਆ। ਫਿਰ ਲਾਸਟ ਸਟੇਜ ਹੈਗੀ ਆ ਜੀ ਓਲਡ ਏਜ, ਜਿਹੜੀ 60+, ਜਿੰਨੀ ਉਮਰ ਵੀ ਬੰਦਾ ਚਾਹੁੰਦਾ, ਓਲਡ ਸਟੇਜ ਆ ਜੀ। ਇਸ ਸਟੇਜ 'ਚ ਇੱਕ ਹੀ ਪੁਆਇੰਟ ਆਉਂਦਾ ਜਿਸ ਨੂੰ ਸੈਲਫ ਐਕਚੁਅਲਾਈਜੇਸ਼ਨ ਕਿਹਾ ਜਾਂਦਾ ਜੀ। ਮਤਲਬ ਕਿ ਜਦੋਂ 60 ਦਾ ਬੰਦਾ ਹੁੰਦਾ ਤਾਂ ਇਸ ਸਟੇਜ 'ਤੇ ਆ ਕਿ ਉਹ ਕੰਮ ਤੋਂ ਵੀ ਫਰੀ ਹੋ ਚੁੱਕਿਆ, ਰਿਟਾਇਰ ਹੋ ਚੁੱਕਿਆ, ਜਾਂ ਉਹਨੇ ਏਜ ਉਹਦੀ ਐਸੀ ਆ ਗਈ ਕਿ ਉਹ ਜ਼ਿਆਦਾ ਇਨਵੋਲਵ ਨਹੀਂ ਹੈਗਾ, ਫੈਮਿਲੀ ਵੀ ਉਹਦੀ ਜਨਰੇਸ਼ਨਸ ਅੱਗੇ ਚੱਲ ਪਈਆਂ। ਇੱਥੇ ਆ ਕਿ ਉਹ ਬਸ ਇਹੀ ਸੋਚਦਾ ਕਿ ਮੈਂ ਜ਼ਿੰਦਗੀ 'ਚ ਜੋ ਕੀਤਾ ਚੰਗਾ ਕੀਤਾ, ਬੁਰਾ ਕੀਤਾ। ਇਹੀ ਚੀਜ਼ਾਂ ਉਹਦੇ ਸੁਭਾਅ ਨੂੰ ਨਿਸ਼ਚਿਤ ਕਰਦੀਆਂ ਨੇ ਕਿ ਉਹ ਥੋੜ੍ਹਾ ਤੁਸੀਂ ਕਹਿ ਸਕਦੇ ਹੋ ਕਿ ਇਰੀਟੇਟਿੰਗ ਹੋਊਗਾ, ਕਿ ਉਹ ਸ਼ਾਂਤ ਹੋਊਗਾ, ਕਿ ਉਹਦੇ 'ਚ ਮੋਟੀਵੇਸ਼ਨ ਅਜੇ ਵੀ ਬਹੁਤ ਜ਼ਿਆਦਾ ਹੋਊ ਕੁਛ ਨਾ ਕੁਛ ਕਰਨ ਦੀ, ਕਿ ਉਹ ਡੀਮੋਟੀਵੇਟ ਹੋ ਚੁੱਕਿਆ ਹੋਊ ਅਤੇ ਬਸ ਮਰਨ ਦੇ ਦਿਨਾਂ ਨੂੰ ਨੇੜੇ ਦੇਖਦਾ ਹੋਊ ਵਗੈਰਾ ਵਗੈਰਾ। ਇਹ ਜਿਹੜੀਆਂ ਪੂਰੀਆਂ ਸਟੇਜਸ ਨੇ, ਇਸੇ ਨੂੰ ਹੀ ਚਾਈਲਡ ਡਿਵੈਲਪਮੈਂਟ ਕਿਹਾ ਜਾਂਦਾ। ਚਾਈਲਡ ਡਿਵੈਲਪਮੈਂਟ ਕਿਉਂਕਿ ਅਸੀਂ ਚਾਈਲਡ ਨਾਲ ਸੰਬੰਧਿਤ ਹਾਂ, ਤਾਂ ਸਾਡੇ ਕੋਲੇ ਜਿਹੜੀਆਂ ਇੰਪੋਰਟੈਂਟ ਨੇ ਉਹ ਪਹਿਲੀਆਂ 3 ਸਟੇਜਸ ਹੀ ਹੋਣਗੀਆਂ, ਜਿਸ ਨੂੰ ਤੁਸੀਂ ਚਲੋ ਪ੍ਰੀ ਇਨਫੈਂਸੀ ਵੀ ਕਹਿ ਸਕਦੇ ਹੋ, ਫਿਰ ਇਨਫੈਂਸੀ, ਚਾਈਲਡਹੁੱਡ ਅਤੇ ਅਡੋਲਸੈਂਸ। ਅਡੋਲਸੈਂਸ ਤੋਂ ਬਾਅਦ ਅਡਲਟਹੁੱਡ, ਅਡਲਟਹੁੱਡ ਤੋਂ ਬਾਅਦ ਓਲਡ ਏਜ। ਤਾਂ 5 ਸਟੇਜਸ ਦੇ ਵਿੱਚ ਬੇਸਿਕਲੀ ਪੂਰੀ ਦੀ ਪੂਰੀ ਲਾਈਫ ਨੂੰ ਵੰਡਿਆ ਗਿਆ ਸਾਡੀ ਡਿਵੈਲਪਮੈਂਟ ਦੇ ਪੁਆਇੰਟ ਆਫ ਵਿਊ 'ਤੇ। ਸਾਨੂੰ ਸਵਾਲ ਕਿਸ ਤਰ੍ਹਾਂ ਦੇ ਆਉਣੇ ਨੇ? ਸਾਨੂੰ ਕੁਐਸਚਨਸ ਇਹੀ ਆਉਣੇ ਨੇ ਕਿ ਜਦੋਂ ਜਿਵੇਂ ਹੁਣ ਚਾਈਲਡ ਡਿਵੈਲਪਮੈਂਟ ਦੀ ਗੱਲ ਕੀਤੀ ਆ, ਮਤਲਬ ਕਿ ਪਹਿਲੀਆਂ 3 ਸਟੇਜਸ ਦੀ ਗੱਲ ਕੀਤੀ ਆ, ਤਾਂ ਉਹਨਾਂ ਪਹਿਲੀਆਂ 3 ਸਟੇਜਾਂ ਦੇ ਵਿੱਚ ਕਿਹੜੀ ਸਟੇਜ 'ਤੇ ਬੱਚੇ ਦਾ ਵਿਵਹਾਰ, ਉਹਦੇ ਲੱਛਣ ਕਿਹੋ ਜਿਹੇ ਹੋਣਗੇ, ਤੁਸੀਂ ਉਹਨਾਂ ਨੂੰ ਕਿਵੇਂ ਚੇਂਜ ਕਰ ਸਕਦੇ ਹੋ, ਕਿਹੜੀ ਸਟੇਜ 'ਤੇ ਟੀਚਰ ਨੂੰ ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਅਕੋਰਡਿੰਗ ਟੂ ਡਿਫਰੈਂਟ ਮਨੋਵਿਗਿਆਨੀਆਂ ਦੇ ਤੌਰ 'ਤੇ, ਕਿਸ ਤਰ੍ਹਾਂ ਕਿਹੜੀ ਸਟੇਜ 'ਤੇ ਬੱਚੇ ਦਾ ਵਿਵਹਾਰ ਹੁੰਦਾ ਗਾ ਵਗੈਰਾ ਵਗੈਰਾ। ਇਹੀ ਚੀਜ਼ਾਂ ਜਿਹੜੀਆਂ ਹੈਗੀਆਂ ਪੂਰੇ ਦੀਆਂ ਪੂਰੀਆਂ ਤੁਸੀਂ ਕਹਿ ਸਕਦੇ ਹੋ ਕਿ ਚਾਈਲਡ ਡਿਵੈਲਪਮੈਂਟ ਦਾ ਮੇਨ ਪਾਰਟ ਨੇ। ਇਹਦੇ ਨਾਲ ਜੀ ਇੱਕ ਕਨਸੈਪਟ ਬਿਲਕੁਲ ਸਿੰਪਲ ਆ, ਜਿਹਨੂੰ ਤੁਸੀਂ ਮਤਲਬ ਕਿ ਸਿੰਪਲੀ ਲਿਖੋਗੇ, ਉਹ ਹੈਗੇ ਆ ਜੀ ਫੈਕਟਰਸ ਜਿਹੜੇ ਇਨਫਲੂਐਂਸ ਕਰਦੇ ਨੇ, ਪ੍ਰਭਾਵਿਤ ਕਰਦੇ ਨੇ ਸਿੰਪਲ ਆ ਜੀ। ਇਹ 'ਚ ਕੋਈ ਜ਼ਿਆਦਾ ਨਹੀਂ ਤੁਸੀਂ ਲਿਖਣਾ। ਇੱਥੇ 2 ਕਨਸੈਪਟ ਇੰਪੋਰਟੈਂਟ ਨੇ, ਇੱਕ ਤਾਂ ਹੈਰੀਡਿਟੀ ਜਿਹੜੀ ਤੁਹਾਡੀ ਡਿਵੈਲਪਮੈਂਟ ਨੂੰ ਪ੍ਰਭਾਵਿਤ ਕਰਦੀ ਆ, ਇੱਕ ਐਨਵਾਇਰਨਮੈਂਟ ਜਿਸ ਦੇ ਬਾਰੇ ਆਪਾਂ ਅੱਗੇ ਚਰਚਾ ਕਰਨੀ ਆ। ਹੈਰੀਡਿਟੀ ਐਂਡ ਐਨਵਾਇਰਨਮੈਂਟ,
ਬੇਸਿਕ ਕਨਸੈਪਟ ਤਾਂ ਇਹ ਦੋ ਹੀ ਨੇ ਜਿਹੜੇ ਤੁਹਾਡੀ ਡਿਵੈਲਪਮੈਂਟ ਨੂੰ ਪ੍ਰਭਾਵਿਤ ਕਰਦੇ। ਜਿਵੇਂ ਵੀ ਤੁਸੀਂ ਅੱਜ ਹੈਗੇ ਹੋ, ਚਾਹੇ ਤੁਸੀਂ ਸੋਸ਼ਲੀ, ਮੈਂਟਲੀ, ਫਿਜ਼ੀਕਲੀ ਵਗੈਰਾ ਵਗੈਰਾ, ਕਿਸੇ ਵੀ ਪੁਆਇੰਟ ਆਫ ਵਿਊ ਤੇ ਜਿਵੇਂ ਤੁਸੀਂ ਡਿਵੈਲਪ ਹੋਏ ਹੋ, ਉਹਦੇ ਪਿੱਛੇ ਬਹੁਤ ਵੱਡਾ ਕਾਰਨ ਆ ਤੁਹਾਡੀ ਹੈਰੀਡਿਟੀ ਤੇ এনवायरमेंट ਆਲਾ ਦੁਆਲਾ। ਠੀਕ ਹੈ ਜੀ। ਇਹਦੇ ਨਾਲ ਦੋ ਚੀਜ਼ਾਂ ਤਾਂ ਇਹ ਮੇਨ ਐਸਪੈਕਟਸ ਨੇ ਜਿਹੜੀ ਤੁਹਾਡੀ ਡਿਵੈਲਪਮੈਂਟ ਨੂੰ ਪ੍ਰਭਾਵਿਤ ਕਰਦੇ ਨੇ। ਇਹਦੇ ਨਾਲ ਸੌਖੀਆਂ ਚੀਜ਼ਾਂ ਨੇ ਲਾਈਕ ਫੂਡ, ਇਕਨੋਮਿਕ ਬੈਕਗਰਾਊਂਡ, ਰਿਲੀਜੀਅਸ ਬੈਕਗਰਾਊਂਡ, ਜਾਂ ਤੁਸੀਂ ਰਿਲੀਜੀਅਸ এনवायरमेंट ਦੀ ਗੱਲ ਕਰਦੇ ਹੋ, ਹੈ ਨਾ ਜੀ, ਡਿਸੇਬਿਲਿਟੀਜ਼ ਦੀ ਗੱਲ ਕਰਦੇ ਹੋ, ਸਕੂਲ, ਪੀਅਰ ਗਰੁੱਪ ਦੀ ਗੱਲ ਕਰਦੇ ਹੋ ਵਗੈਰਾ ਵਗੈਰਾ। ਇਹ ਚੀਜ਼ਾਂ ਸਾਰੀਆਂ ਉਹ ਇੱਕ ਇੰਪੋਰਟੈਂਟ ਫੈਕਟਰ ਨੇ ਜਿਹੜੇ ਤੁਹਾਡੇ ਡਿਵੈਲਪਮੈਂਟ ਨੂੰ ਪ੍ਰਭਾਵਿਤ ਕਰਦੇ ਨੇ। ਤਾਂ ਅੱਜ ਦੇ ਲੈਕਚਰ ਲਈ ਇੰਨਾ। ਆਉਣ ਵਾਲੇ ਨੈਕਸਟ ਲੈਕਚਰ ਦੇ ਵਿੱਚ ਅਸੀਂ ਪ੍ਰਿੰਸੀਪਲ ਆਫ ਡਿਵੈਲਪਮੈਂਟ ਦੀ ਗੱਲ ਕਰਾਂਗੇ। ਤਾਂ ਅੱਜ ਅਸੀਂ ਪੜ੍ਹਿਆ ਗਰੋਥ ਕੀ ਹੈ, ਡਿਵੈਲਪਮੈਂਟ ਕੀ ਹੈ, ਦੋਨਾਂ ਦੇ ਵਿੱਚ ਡਿਫਰੈਂਸ ਕੀ ਹੈ। ਠੀਕ ਹੈ ਜੀ। ਗਰੋਥ ਵਾਧਾ ਜਿਸ ਨੂੰ ਤੁਸੀਂ ਮਾਪ ਦੇਖ ਤੋਲ ਸਕਦੇ ਹੋ, ਡਿਵੈਲਪਮੈਂਟ ਫੰਕਸ਼ਨਿੰਗ ਜੋ ਉਸ ਵਾਧੇ ਦੇ ਬੇਸ ਤੇ ਹੁੰਦਾ ਗਾ। ਠੀਕ ਹੈ ਜੀ। ਵੈਸੇ ਗਰੋਥ ਡਿਵੈਲਪਮੈਂਟ ਦਾ ਹੀ ਪਾਰਟ ਹੈ। ਠੀਕ ਹੈ ਜੀ। ਇਹਦੇ ਨਾਲ ਅਸੀਂ ਗੱਲ ਕੀਤੀ ਕਿ ਗਰੋਥ ਜਾਂ ਡਿਵੈਲਪਮੈਂਟ ਦੀਆਂ ਟਾਈਪਸ ਕਿੰਨੀਆਂ ਨੇ। ਤਾਂ ਕਈ ਤਰ੍ਹਾਂ ਦੀਆਂ ਟਾਈਪਸ ਨੇ, ਫਿਜ਼ੀਕਲ, ਮੈਂਟਲ, ਇਮੋਸ਼ਨਲ, ਸੋਸ਼ਲ ਵਗੈਰਾ ਵਗੈਰਾ। ਫਿਰ ਅਸੀਂ ਇਹਦੇ 'ਚ ਗੱਲ ਕੀਤੀ ਕਿ ਸਟੇਜਸ ਕਿਹੜੀਆਂ ਨੇ ਡਿਵੈਲਪਮੈਂਟ ਦੀਆਂ। ਤਾਂ ਅਸੀਂ ਸਟੇਜਸ 'ਚ ਗੱਲ ਕੀਤੀ। ਹੁਣ ਅਸੀਂ ਨੈਕਸਟ ਲੈਕਚਰ ਦੇ ਵਿੱਚ ਪ੍ਰਿੰਸੀਪਲ ਆਫ ਡਿਵੈਲਪਮੈਂਟ ਦੀ ਗੱਲ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਹੈਰੀਡਿਟੀ ਤੇ এনवायरमेंट ਨੂੰ ਡੀਪਲੀ ਥੋੜਾ ਅੱਛੇ ਤਰੀਕੇ ਨਾਲ ਪੜਾਂਗੇ ਤੇ ਐਸੇ ਤਰੀਕੇ ਨਾਲ ਅਸੀਂ ਅੱਗੇ ਚੱਲਦੇ ਰਹਾਂਗੇ। ਇੱਕ ਵਾਰ ਫਿਰ ਉਡਾਨ ਇੰਸਟੀਚਿਊਟ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਆਸ ਆ ਕਿ ਤੁਹਾਨੂੰ ਇਸ ਨਾਲ ਜੋ ਅਸੀਂ ਡਿਸਕਸ਼ਨਸ ਕੀਤੀਆਂ ਇਹ ਤੁਹਾਡੇ ਲਈ ਫਾਇਦੇਮੰਦ ਹੋਣਗੀਆਂ। ਬਾਕੀ ਆਉਣ ਵਾਲੀਆਂ ਕਲਾਸਾਂ ਦੇ ਵਿੱਚ ਮਿਲਦੇ ਹਾਂ। ਥੈਂਕ ਯੂ ਸੋ ਮਚ।